ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨ ਕੀ ਕਰਤ ਐਸੀ ਹੀ ਹੋਤ। ਬਿਨ ਸਜਾਤ ਹੈ ਜਿਤ ਕਲੋਤ। ਜਿਨੋ ਨਰਮੋ ਸਿਮਰਿਓ ਸਤਿਨਾਮੁ। ਆਤਮ ਗਿਆਨੀ ਫਿਰ ਨਿਜ ਤਾਮੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਵਿੱਚ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਮਹਾਰਾਜ ਸਾਹਿਬ ਜੀ ਨੇ ਸੱਚਖੰਡ ਪਿਆਨਾ ਕਰਨ ਦੀ ਤਿਆਰੀ ਕੀਤੀ ਹੋਈ ਹੈ। ਗਰੀਬ ਨਵਾਜ ਸਤਿਗੁਰੂ ਖਾਲਸੇ ਨੂੰ ਆਪਣੀ ਰਸਨਾ ਤੋਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੁਝ ਬਚਨ ਸਾਧ ਸੰਗਤ ਜੀ ਆਪਾਂ ਪਿਛਲੇ ਪ੍ਰਸੰਗਾਂ ਦੇ ਵਿੱਚ ਸਰਵਣ ਕੀਤੇ। ਕੁਝ ਬਚਨ ਅਗਲੇ ਪ੍ਰਸੰਗਾਂ ਦੇ ਵਿੱਚ ਆਉਣਗੇ। ਜਿਵੇਂ ਮਹਾਰਾਜ ਸਾਹਿਬ ਜੀ ਸੱਚਖੰਡ ਪਿਆਨਾ ਕਰ ਰਹੇ ਹਨ, ਖਾਲਸੇ ਨੂੰ ਮਹਾਨ ਪਵਿੱਤਰ ਸਿੱਖਿਆ ਦੇ ਰਹੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਹੈ। ਦਸ਼ਮੇਸ਼ ਪਿਤਾ ਧਰਮੀ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨ ਕੀ ਕਰਤ ਐਸੇ ਹੀ ਹੋਤ। ਕਲਗੀਧਰ ਪਾਤਸ਼ਾਹ ਖਾਲਸੇ ਨੂੰ ਸਮਝਾ ਰਹੇ ਹਨ ਕਿ ਖਾਲਸਾ ਜੀ ਸਰੀਰ ਦੀ ਹਾਲਤ ਇਸ ਤਰ੍ਹਾਂ ਦੀ ਹੀ ਹੈ। ਜਿੰਨੇ ਵੀ ਇਹ ਸਰੀਰ ਪੈਦਾ ਹੁੰਦੇ ਹਨ ਉਹ ਸਾਰੇ ਬਿਨਸ ਜਾਂਦੇ। ਇਹ ਸਾਰੇ ਸਰੀਰਾਂ ਦੀ ਐਸੀ ਹਾਲਤ ਹੈ। ਪਰ ਜਿਨ੍ਹਾਂ ਮਨੁੱਖਾਂ ਨੇ ਮਾਨਸ ਜਨਮ ਧਾਰਨ ਕਰਕੇ ਸਤਿਨਾਮ ਦਾ ਸਿਮਰਨ ਕੀਤਾ ਹੈ, ਸੱਚੇ ਨਾਮ ਦਾ ਸਿਮਰਨ ਕੀਤਾ ਹੈ। ਜਪ ਮਨ ਸਤਿਨਾਮ ਸਦਾ ਸਤਿਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਿਨ੍ਹਾਂ ਮਨੁੱਖਾਂ ਨੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਉਹ ਆਤਮ ਗਿਆਨੀ ਹੋ ਗਏ। ਉਹ ਸਰੀਰ ਤੋਂ ਉੱਪਰ ਉੱਠ ਕਰਕੇ ਆਤਮਾ ਦੇ ਗਿਆਨ ਵਾਲੇ ਹੋ ਗਏ। ਉਹ ਸਦਾ ਵਾਸਤੇ ਆਪਣੇ ਨਿਜ ਘਰ ਦੇ ਵਿੱਚ ਸਥਿਤ ਹੋ ਜਾਂਦੇ ਹਨ।
ਜਨਮ ਸੁਧਾਰਾ। ਖਾਲਸਾ ਜੀ, ਜਿਨ੍ਹਾਂ ਨੇ ਮਾਨਸ ਜਨਮ ਵਿੱਚ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਨਾ, ਬੰਦਗੀ ਕੀਤੀ ਹੈ, ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਸੁਧਾਰ ਲਿਆ, ਸਫਲਾ ਕਰ ਲਿਆ। ਪਰੇ ਪਾਰ ਜਗ ਪਾਰਾਵਾਰਾ। ਉਹ ਇਸ ਸੰਸਾਰ ਤੋਂ ਪਾਰ ਹੋ ਗਏ। ਜਿਸ ਸੰਸਾਰ ਦਾ ਕੋਈ ਪਾਰਾਵਾਰ ਨਹੀਂ ਹੈ ਨਾ, ਇਹਦੇ ਤੋਂ ਪਾਰ ਹੋ ਗਏ। ਸੰਸਾਰ ਤੋਂ, ਸੰਸਾਰ ਸਮੁੰਦਰ ਤੋਂ ਪਾਰਲੇ ਕੰਢੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ। ਬਹੁਤ ਨਾ ਜਨਮ ਮਰਨ ਨਹੀਂ ਪਾਈ। ਖਾਲਸਾ ਜੀ, ਐਸੇ ਮਨੁੱਖ ਫਿਰ ਦੁਬਾਰਾ ਜੰਮਣ ਮਰਨ ਵਿੱਚ ਨਹੀਂ ਆਉਂਦੇ। ਸਤ ਚੇਤਨ ਆਨੰਦ ਸਮਾਈ। ਉਹ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਆ। ਜੋ ਵਾਹਿਗੁਰੂ ਸਤ ਹੈ, ਚੇਤਨ ਹੈ, ਆਨੰਦ ਸਰੂਪ ਹੈ, ਉਸ ਦੇ ਵਿੱਚ ਅਭੇਦ ਹੋ ਜਾਂਦੇ ਹਨ, ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੁੰਦੀ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਦੋਹਰਾ ਵੀਰਵਾਰ ਤਿਤ ਪੰਚਮੀ, ਕਾਤਿਕ ਸੁਖੀ ਸੁਜਾਨ। ਵੀਰਵਾਰ ਦਾ ਦਿਨ ਆਇਆ ਸੰਗਤ ਜੀ। ਵੀਰਵਾਰ ਦਾ ਦਿਨ ਹੈ, ਤਿਥ ਪੰਚਮੀ, ਤੇ ਪੰਜਵੀਂ ਤਿਥ ਹੈ ਕੱਤਕ ਮਹੀਨੇ ਦੀ। ਕੱਤਕ ਸੁਦੀ ਪੰਚਮੀ ਦਾ ਦਿਨ ਹੈ। ਕੱਤਕ ਮਹੀਨੇ ਵਿੱਚ ਮੱਸਿਆ ਤੋਂ ਅਗਲੇ ਦਿਨ ਏਕਮ ਸ਼ੁਰੂ ਹੁੰਦੀ ਹੈ ਤੇ ਪੰਜਵੇਂ ਦਿਨ ਪੰਜਵੀਂ ਤਿਥ ਹੈ ਕੱਤਕ ਮਹੀਨੇ ਦਾ। ਔਰ ਇਹ ਸਾਧ ਸੰਗਤ ਜੀ, ਜੋ ਸੁਦੀ ਪੱਖ ਹੈ, ਮੱਸਿਆ ਤੋਂ ਲੈ ਕਰਕੇ ਪੁੰਨਿਆ ਤੱਕ ਸੁਦੀ ਚੱਲਦੀ ਹੈ 15 ਦਿਨ। ਫਿਰ ਪੁੰਨਿਆ ਤੋਂ ਲੈ ਕਰਕੇ ਮੱਸਿਆ ਤੀਕ ਵਧੀ ਪੱਖ ਹੁੰਦਾ ਹੈ, ਉਹਨੂੰ ਵਧੀ ਆਖਿਆ ਜਾਂਦਾ। ਤੋ ਇਸ ਤਰੀਕੇ ਨਾਲ ਇਹ ਮੱਸਿਆ ਤੋਂ ਪੰਜਵਾਂ ਦਿਨ ਹੈ। ਕੱਤਕ ਮਹੀਨਾ ਹੈ ਤੇ ਸੁਦੀ ਪੰਚਮੀ ਹੈ, ਵੀਰਵਾਰ ਵਾਲਾ ਦਿਨ ਹੈ। ਪ੍ਰਭਾਤ ਹੋਈ ਹੈ, ਪ੍ਰਭਾਤ ਵੇਲਾ ਹੋਇਆ ਤੇ ਕਲਗੀਧਰ ਪਾਤਸ਼ਾਹ ਦਾ ਚਿੱਤ ਆਨੰਦ ਦੇ ਸਹਿਤ ਹੈ। ਸੋਭਾ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਖੜਾ ਕਮਲ ਫੁੱਲ ਦੇ ਸਮਾਨ ਖਿੜਿਆ ਹੋਇਆ। ਇਹ ਸਾਧ ਸੰਗਤ ਜੀ, ਕਵੀ ਜਨ ਭਾਈ ਸੰਤੋਖ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਮੁਖ ਦੀ ਸੁੰਦਰਤਾ ਕਥਨ ਕਰਦੇ ਆ ਵੀ ਸਤਿਗੁਰੂ ਜੀ ਦਾ ਮੁਖ ਕਮਲ ਫੁੱਲ ਦੀ ਤਰ੍ਹਾਂ ਪ੍ਰਫੁੱਲਤ ਹੈ। ਉਂਝ ਭਾਈ ਸਾਹਿਬ ਜੀ ਨੇ ਕਈ ਥਾਵੀਂ ਐਸਾ ਵੀ ਬਚਨ ਕਿਹਾ ਹੈ, ਕਹਿੰਦੇ ਕਿ ਮਹਾਰਾਜ ਸਾਹਿਬ ਜੀ ਦੇ ਸੋਭਾ ਕਰਨ ਵਾਸਤੇ ਇਹ ਕੁਝ ਵਸਤੂਆਂ ਜਿਹੜੀਆਂ ਉਹਨਾਂ ਦਾ ਜ਼ਿਕਰ ਕਰਨਾ ਪੈਂਦਾ ਹੈ, ਪਰ ਕਹਿੰਦੇ ਵੀ ਗੁਰੂ ਸਾਹਿਬ ਜੀ ਦਾ ਮੁਖ ਤਾਂ ਉਹ ਮੁਖ ਆਪਣੇ ਵਰਗਾ ਆਪ ਹੀ ਹੈ। ਕਮਲ ਫੁੱਲ ਵੀ ਉਹਨਾਂ ਸੋਹਣਾ ਨਹੀਂ ਹੈ ਜਿੰਨਾ ਸੋਹਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਖੜਾ। ਪਰ ਹੁਣ ਇਹ ਉਹ ਸੋਭਾ ਵਾਸਤੇ ਵਰਤਦੇ ਆ, ਕਹਿੰਦੇ ਵੀ ਸਾਨੂੰ ਵਰਤਣਾ ਪੈਂਦਾ ਇਹ ਅੱਖਰ। ਇਸ ਕਰਕੇ ਜਿਵੇਂ ਖਿੜਿਆ ਹੁੰਦਾ ਹੈ ਕਮਲ ਫੁੱਲ, ਇਸ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਮੁਖ ਖਿੜਿਆ ਹੋਇਆ ਹੈ। ਤੇ ਜਿਵੇਂ ਹੁਣ ਇਹ ਅਲੰਕਾਰ ਬੰਨਿਆ ਕਵੀ ਨੇ, ਜਿਵੇਂ ਕਮਲ ਫੁੱਲ ਖਿੜਦਾ ਹੈ ਤੇ ਉਹਦੇ ਤੇ ਭੌਰੇ ਆਉਂਦੇ ਆ ਉਹਦਾ ਰਸ ਚੂਸਣ ਵਾਸਤੇ, ਉਹਦੀ ਸੁਗੰਧੀ ਲੈਣ ਵਾਸਤੇ। ਕਲਗੀਧਰ ਪਾਤਸ਼ਾਹੀ ਦਾ ਮੁਖੜਾ ਖਿੜਿਆ ਹੋਇਆ ਹੈ ਤੇ ਪ੍ਰਭਾਤ ਵੇਲਾ ਹੈ, ਵੀਰਵਾਰ ਦਾ ਦਿਨ ਹੈ। ਸਾਧ ਸੰਗਤ ਜੀ, ਇਹ ਕੁਝ ਨੁਕਤੇ ਹੁੰਦੇ ਆ ਇਤਿਹਾਸ ਦੇ ਚੇਤੇ ਰੱਖਣ ਵਾਲੇ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸੱਚਖੰਡ ਪਿਆਨਾ ਕੀਤਾ, ਕੱਤਕ ਸੁਦੀ ਪੰਚਵੀਂ ਤੇ ਵੀਰਵਾਰ ਵਾਲਾ ਦਿਨ ਸੀ। ਕੱਤਕ ਮਹੀਨੇ ਤੋਂ, ਕੱਤਕ ਮਹੀਨੇ ਦੇ ਵਿੱਚ ਮੱਸਿਆ ਤੋਂ ਪੰਜਵਾਂ ਦਿਨ ਤੇ ਜਿਸ ਦਿਨ ਸੱਚਖੰਡ ਪਿਆਨਾ ਕੀਤਾ ਵਾ ਉਹ ਵੀਰਵਾਰ ਵਾਲਾ ਦਿਨ ਸੀ। ਉਂਝ ਮਹਾਰਾਜ ਸਾਹਿਬ ਜੀ ਫਿਰ ਉਸ ਰਾਤ ਪਿਆਨਾ ਕਰਦੇ, ਅੱਗੇ ਜਾ ਕੇ ਇਹ ਸਾਰਾ ਜ਼ਿਕਰ ਆਵੇਗਾ। ਹਾਲੇ 2 ਦਿਨ ਲੱਗ ਜਾਣਗੇ ਇਸ ਪ੍ਰਸੰਗ ਨੂੰ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਵੀਰਵਾਰ ਦਾ ਦਿਨ ਚੜ੍ਹਿਆ ਹੈ ਤੇ ਸਤਿਗੁਰਾਂ ਨੇ ਤਾਂ ਪਹਿਲਾਂ ਹੀ ਕਈ ਦਿਨ ਪਹਿਲਾਂ ਦੱਸ ਦਿੱਤਾ ਖਾਲਸੇ ਅਸੀਂ ਸੱਚਖੰਡ ਪਿਆਨਾ ਕਰਨਾ ਹੈ। ਮਹਾਰਾਜ ਦਾ ਮੁਖ ਕਮਲ ਫੁੱਲ ਦੇ ਸਮਾਨ ਖਿੜਿਆ ਹੋਇਆ, ਚਿੱਤ ਆਨੰਦ ਨਾਲ ਭਰਿਆ ਹੋਇਆ। ਤੇ ਜੋ ਸਿੱਖ ਹਨ ਕਹਿੰਦੇ ਵੀ ਉਹ ਮਹਾਰਾਜ ਦੀ ਬਾਣੀ ਰੂਪੀ ਸੁਗੰਧੀ ਜਿਹੜੀ ਹੈ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਮੁਖ ਤੋਂ ਬੋਲਦੇ ਆ ਤੇ ਸਤਿਗੁਰੂ ਜੀ ਦੇ ਮੁਖ ਦੇ ਜੋ ਬਚਨ ਬਾਣੀ ਆ, ਉਹ ਜਾਣੋ ਕਿ ਸੁਗੰਧੀ ਪ੍ਰਗਟ ਹੋ ਰਹੀ ਹੈ।
ਮਹਾਰਾਜ ਦੇ ਮੁਖ ਦੀ ਬਾਣੀ ਰੂਪੀ ਸੁਗੰਧੀ ਲੈਣ ਦੇ ਵਾਸਤੇ ਮਿਲੇ ਚਾਹੀ ਕਰ ਮਦਦ ਹਜ਼ਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕੇ ਸਿੱਖ, ਖਾਲਸਾ ਤੇ ਹੋਰ ਵੀ ਲੋਕ ਇਰਦ ਗਿਰਦ ਦੇ ਆਏ ਹੋਏ ਆ। ਇਹ ਭੌਰਿਆਂ ਰੂਪੀ ਸਾਰੇ ਆਏ ਆ। ਜਿਵੇਂ ਭੌਰਾ ਕਮਲ ਫੁੱਲ ਤੋਂ ਰਸ ਚੂਸਣ ਵਾਸਤੇ ਆਉਂਦਾ ਵਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਸਨਾ ਤੋਂ ਜੋ ਬਾਣੀ ਪ੍ਰਗਟ ਹੋਣੀ ਹੈ, ਜੋ ਬਚਨ ਪ੍ਰਗਟ ਹੋਣੇ ਆ, ਉਹ ਸੁਗੰਧੀ ਲੈਣ ਵਾਸਤੇ ਹਜ਼ਾਰਾਂ ਹੀ ਸਿੱਖਾਂ ਰੂਪੀ ਭੌਰੇ ਆਏ ਹਨ। ਜਗ ਵਿਖੇ ਸੁਣ ਸੁਣ ਗਣ ਗਏ। ਕਿਉਂਕਿ ਜਦੋਂ ਮਹਾਰਾਜ ਨੇ ਜੱਗ ਕੀਤਾ ਨਾ, ਵੱਡਾ ਭੰਡਾਰਾ ਕੀਤਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਵਰਤਾਏ ਸੀ, ਉਸ ਵੇਲੇ ਸਾਰਾ ਇਲਾਕਾ ਆਇਆ ਸੀ ਮਹਾਰਾਜ ਦੇ ਲੰਗਰ ਦੇ ਵਿੱਚ। ਇਹ ਭੰਡਾਰਾ ਸਾਰਿਆਂ ਨੇ ਛਕਿਆ ਤੇ ਉਹ ਸੁਣ ਸੁਣ ਕੇ ਇਹ ਗੱਲ ਗਏ ਵੀ ਕਲਗੀਧਰ ਪਾਤਸ਼ਾਹ ਨੇ ਹੁਣ ਸੱਚਖੰਡ ਚਲੇ ਜਾਣਾ ਹੈ। ਅੰਮ੍ਰਿਤ ਸਾਮਿਲ ਨਾਮ ਭਰੇ। ਉਹ ਜਿੰਨੇ ਆਏ ਸੀ ਗੁਰੂ ਕੇ ਲੰਗਰ ਦੇ ਵਿੱਚ, ਜਿਨ੍ਹਾਂ ਨੇ ਪਕਵਾਨ ਛਕਿਆ, ਉਹਨਾਂ ਨੇ ਜਾ ਕੇ ਹੋਰ ਵੀ ਕਈਆਂ ਨੂੰ ਦੱਸਿਆ। ਇੱਕ ਇੱਕ ਜਾਣੇ ਨੇ ਕਈਆਂ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾ ਰਹੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਬਿਆਨਾ ਕਰ ਰਹੇ ਆ। ਉਹਨਾਂ ਨੇ ਹੋਰਾਂ ਨੂੰ ਜਾ ਕੇ ਇਹ ਗੱਲ ਜਣਾਈ ਹੈ। ਜਿਸ ਜਿਸ ਥਾਂ ਤੇ, ਜਿਸ ਜਿਸ ਨਗਰ ਵਿੱਚ, ਜਿਸ ਸ਼ਹਿਰ ਦੇ ਵਿੱਚ ਇਹ ਖਬਰ ਪਹੁੰਚ ਗਈ ਹੈ, ਉਹ ਸਾਰੇ ਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਡਿਆਂ ਤੋਂ ਵੱਡੀ ਜੋ ਮਹਿਮਾ ਹੈ ਉਹ ਕਰ ਰਹੇ ਹਨ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਮਹਾਨ ਆ, ਬਹੁਤ ਵੱਡੇ ਆ, ਵੱਡਿਆਂ ਨਾਲੋਂ ਵੱਡੀ ਮਹਿਮਾ ਹੈ ਸਤਿਗੁਰੂ ਜੀ ਦੀ। ਇਸ ਤਰ੍ਹਾਂ ਮਹਿਮਾ ਕਥਨ ਕਰਦੇ ਹਨ। ਕਹਿ ਰਹੇ ਆ ਸ਼ਰਧਾਲੂ ਭਾਵਨਾ ਵਾਲੇ ਕਿ ਦਸਮ ਗੁਰੂ ਜੀ ਉਹ ਸੋਢੀ ਕੁਲ ਦੇ ਸੁਲਤਾਨ ਹਨ ਸਤਿਗੁਰੂ ਜੀ, ਜਿਨ੍ਹਾਂ ਦਾ ਨਾਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਉਹ ਪ੍ਰਗਟ ਹਨ ਸਾਰੇ ਜਹਾਨ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ। ਸਮੂਹ ਵੈਰੀਆਂ ਰੂਪੀ ਬਣ ਜੰਗਲ ਦੇ ਤਾਈ ਉਹ ਅਗਨੀ ਦੀ ਤਰ੍ਹਾਂ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜਿਵੇਂ ਜੰਗਲ ਨੂੰ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ, ਵੈਰੀਆਂ ਰੂਪੀ ਜੰਗਲ ਨੂੰ ਸਾੜਨ ਵਾਸਤੇ ਅਗਨੀ ਦੇ ਬਰਾਬਰ ਹੋਏ ਆ ਗੁਰੂ ਗੋਬਿੰਦ ਸਿੰਘ ਜੀ। ਇਸ ਤਰ੍ਹਾਂ ਲੋਕ ਮਹਿਮਾ ਕਰਦੇ ਹਨ। ਤੇ ਸੂਰਬੀਰਾਂ ਦੇ ਵਿੱਚੋਂ ਵੱਡੇ ਬਲ ਵਾਲੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜਿਵੇਂ ਕਹਿੰਦੇ ਹਨ, ਕਿਉਂਕਿ ਅਨੇਕ ਮਤਾਂ ਦੇ ਲੋਕ, ਕੁਝ ਸ੍ਰੀ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ ਉਹ ਵੀ ਸੋਭਾ ਕਰਦੇ ਆ। ਉਹ ਕਹਿੰਦੇ ਜਿਵੇਂ ਸ਼ਿਆਮ ਕ੍ਰਿਸ਼ਨ ਭਗਵਾਨ ਜੀ ਅਣਗਿਣਤ ਲੋਕਾਂ ਦੇ ਨਾਲ ਉਹਨਾਂ ਨੇ ਲੜਾਈ ਕੀਤੀ ਹੈ। ਤਿਮ ਅਤਰਥੀ ਭਇਓ ਇਨ ਨਾਮੂ, ਇਸੇ ਤਰ੍ਹਾਂ ਅਤਰਥੀ ਹੋਏ ਹਨ, ਅਨੇਕਾਂ ਨਾਲ ਲੜਨ ਵਾਲੇ ਹੋਏ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਸ ਤਰ੍ਹਾਂ ਕਈ ਦਿਨ ਪਹਿਲਾਂ ਹੀ ਖਬਰ ਮਹਾਰਾਜ ਸਾਹਿਬ ਜੀ ਨੇ ਸੁਣਾ ਦਿੱਤੀ। ਕਹਿ ਰਹੇ ਆ ਸਾਰੇ ਲੋਕ ਕਿ ਵੇਖੋ ਭਾਈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਈ ਦਿਨ ਪਹਿਲਾਂ ਦੱਸ ਦਿੱਤਾ ਹੈ ਕਿ ਅਸੀਂ ਪਰਲੋਕ ਨੂੰ ਜਾਣਾ ਹੈ, ਅਸੀਂ ਪਰਲੋਕ ਗਮਨ ਕਰਾਂਗੇ। ਤੇ ਹੁਣ ਗਤਦਾਈ, ਮੁਕਤੀ ਦਾਤੇ, ਕਲਿਆਣ ਦਾਤੇ ਸਤਿਗੁਰੂ ਜੀ ਸੱਚਖੰਡ ਜਾ ਰਹੇ ਹਨ। ਕਹਿੰਦੇ ਵੀ ਅੱਜ ਜਿਹੜੀ ਇਹ ਪੰਜਵੀਂ ਤਿਥ ਹੈ ਤੇ ਸਾਰਾ ਸਾਜੋ ਸਮਾਨ ਜਿਹੜਾ ਹੈ ਉਹ ਇਕੱਠਾ ਕਰ ਲਿਆ ਹੈ ਗੁਰੂ ਕੇ ਸਿੰਘਾਂ ਨੇ। ਤੇ ਲੋਕ ਸ਼ਰਧਾਵਾਨ ਸੰਗਤਾਂ ਔਰ ਹੋਰ ਵੀ ਜਿਹੜੇ ਲੋਕ ਹਨ ਇਲਾਕੇ ਦੇ, ਉਹ ਆਪਸ ਵਿੱਚ ਕਹਿੰਦੇ ਆ ਵੀ ਦੌੜ ਦੌੜ ਕੇ ਪਹੁੰਚ ਜਾਈਏ, ਭੱਜ ਭੱਜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਵਾਜ਼ੇ ਤੇ ਪਹੁੰਚ ਜਾਈਏ। ਆਪਾਂ ਵੀ ਜਾ ਕੇ ਸੱਚਖੰਡ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਦਰਸ਼ਨ ਕਰ ਲਈਏ ਮਹਾਰਾਜ ਸਾਹਿਬ ਜੀ ਦੇ। ਸੋਢੀ ਕੁਲ ਦੇ ਸਿਰ ਮੌਰ ਸਤਿਗੁਰੂ ਸ਼੍ਰੋਮਣੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੀਏ। ਜਿਸ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨ ਦੁਰਲੱਭ ਆ ਭਾਈ, ਫਿਰ ਲੱਭਣੇ ਨਹੀਂ, ਕਠਨ ਲੱਭਣ ਵਾਲੇ ਹਨ, ਬਾਅਦ ਚ ਨਹੀਂ ਮਿਲਣਗੇ। ਜਿਨ੍ਹਾਂ ਦਾ ਦਰਸ਼ਨ ਪਰਸਨ ਕਰਨ ਕਰਕੇ, ਜਿਨ੍ਹਾਂ ਦਾ ਦਰਸ਼ਨ ਕੀਤਿਆਂ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ।
ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਚਾਰੇ ਪਦਾਰਥ ਮਿਲ ਜਾਂਦੇ ਹਨ। ਘਾਏ ਘਾਏ ਮਸ ਕਹਿ ਕਹਿਮਾਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਜਸ ਕਹਿੰਦੇ ਕਹਿੰਦੇ ਦੌੜ ਦੌੜ ਕੇ ਆ ਗਏ ਨਾਮ ਔਰ ਕੇ ਨਾ ਸਮੁਦਾਏ। ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨਦੇੜ ਨਗਰੀ ਦੇ ਚਾਰ ਛਪੇਰੇ ਦੇ ਜਿੱਥੋਂ ਤੀ ਖਬਰਾਂ ਪਹੁੰਚੀਆਂ, ਲੋਕ ਭੱਜ ਭੱਜ ਕੇ ਦੌੜ ਦੌੜ ਕੇ ਆ ਗਏ। ਨਿਤ ਦੂਰ ਤੇ ਪੁਰਬ ਸਮਾਏ। ਨੇੜੇ ਵਾਲੇ ਵੀ ਆ ਗਏ ਤੇ ਦੂਰ ਵਾਲੇ ਵੀ ਆ ਗਏ ਤੇ ਸਾਰੇ ਹੈਰਾਨ ਹੋਏ ਪਏ ਹਨ। ਫਿਰੇ ਮਨ ਕਰ ਆਨੰਦ ਪਾਏ। ਆ ਕੇ ਮਿਲੇ ਆ ਤੇ ਆਨੰਦ ਪ੍ਰਾਪਤ ਕੀਤਾ ਹੈ। ਜੋਗੀ ਗਤੀ ਪੁੰਜ ਬ੍ਰਹਮਚਾਰੀ। ਕੌਣ ਕੌਣ ਆਏ ਸਾਧ ਸੰਗਤ ਜੀ? ਕਈ ਜੋਗੀ ਆ ਗਏ, ਯੋਗਾ ਅਭਿਆਸ ਕਰਨ ਵਾਲੇ, ਕਈ ਜਤ ਰੱਖਣ ਵਾਲੇ ਜਤੀ ਆਏ, ਕਈ ਬਾਲ ਬ੍ਰਹਮਚਾਰੀ ਆਏ, ਬੈਰਾਗੀ ਬੋ ਭੇਖਣ ਧਾਰੀ। ਕਈ ਬੈਰਾਗੀ ਜਮਾਤ ਵਾਲੇ ਸਾਧੂ ਆਏ, ਹੋਰ ਬਹੁਤੇ ਭੇਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਿਬਾਸਾਂ ਨੂੰ ਭੇਖਾਂ ਨੂੰ ਧਾਰਨ ਵਾਲੇ ਆਏ। ਹਿੰਦੂ ਤੁਰਕ ਸੁਨੇ ਜਬ ਜਿਸ ਕਿਸ। ਕਈ ਹਿੰਦੂ ਭਾਈਚਾਰਾ ਵੀ ਆਇਆ ਹੈ, ਕਈ ਮੁਸਲਮਾਨ ਵੀ ਆਏ ਆ। ਜਿਸ ਕਿਸੇ ਨੇ ਵੀ ਸੁਣਿਆ ਨਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ ਆ, ਸੱਚਖੰਡ ਚੱਲੇ ਆ, ਤਾਂ ਬਹੁਤੇ ਆਏ ਹਨ। ਕੋਈ ਹਿੰਦੂ ਕੋਈ ਤੁਰਕ ਆਏ ਹਨ। ਉਦਾਵਤ ਆਵਤ ਕਰਨ ਸਭ ਦੇਸ਼। ਬਹੁਤ ਕਾਹਲੀ ਨਾਲ ਸਮੂਹ ਕਹਿੰਦੇ ਸਭ ਦਿਸ਼ਾ ਤੋਂ ਆ ਰਹੇ ਹਨ। ਪੀਰ ਫਕੀਰ ਸਾਧ ਸਭ ਆਏ। ਕਈ ਪੀਰ ਆਏ, ਕਈ ਫਕੀਰ ਆਏ, ਸਾਰੇ ਸਾਧੂ ਵੀ ਆਏ ਦਰਸ਼ਨ ਚੌਂਕ ਵਧਾ ਪਏ ਭਾਏ। ਤੇ ਦਰਸ਼ਨਾਂ ਦੀ ਚੌਂਪ ਲੈ ਕੇ ਦੌੜ ਦੌੜ ਕੇ ਚੌਂਪ ਉਤਸ਼ਾਹ ਵਧਾ ਵਧਾ ਕੇ ਆਏ ਹਨ। ਧੰਨ ਧੰਨ ਗੁਰ ਸਤਿਗੁਰ ਪੂਰੇ। ਸਾਰੇ ਪੀਰ ਫਕੀਰ ਜੋਗੀ ਜਤੀ ਬ੍ਰਹਮਚਾਰੀ ਬੈਰਾਗੀ ਸੰਨਿਆਸੀ ਸਾਰੇ ਆਪਣੇ ਮੁਖ ਤੋਂ ਕਹਿ ਰਹੇ ਆ ਕਿ ਧੰਨ ਧੰਨ ਸਤਿਗੁਰੂ ਪੂਰੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਆਪਣੀ ਰਸਨਾ ਤੋਂ ਪੂਰੇ ਸਤਿਗੁਰਾਂ ਨੂੰ ਧੰਨ ਧੰਨ ਕਹਿ ਰਹੇ ਸਾਰੇ। ਅਨੈ ਸਰਲ ਇਮ ਨਿਕਟ ਕੇ ਦੂਜੇ। ਇਸ ਪ੍ਰਕਾਰ ਕੋਈ ਨੇੜੇ ਪਹੁੰਚਾ ਗੁਰੂ ਸਾਹਿਬ ਦੇ, ਕੋਈ ਦੂਰ ਹੈ, ਸਾਰੇ ਗੁਰੂ ਸਾਹਿਬ ਜੀ ਨੂੰ ਧੰਨ ਧੰਨ ਕਹਿ ਰਹੇ ਹਨ। ਚੌਂ ਦਿਸ਼ਨ ਤੇ ਮੇਲਾ ਭਇਓ। ਚਾਰ ਛਪੇਰੇ ਆ ਕੇ ਕਹਿੰਦੇ ਵੀ ਮੇਲਾ ਹੀ ਹੋ ਗਿਆ ਹੈ, ਬਹੁਤਾ ਇਕੱਠ ਹੋ ਗਿਆ। ਸਤਿਗੁਰ ਸਰਬੋ ਦਰਸ਼ਨ ਦਇਓ। ਤੇ ਸਤਿਗੁਰੂ ਜੀ ਨੇ ਸਾਰਿਆਂ ਦੀਆਂ ਭਾਵਨਾ ਪੂਰੀਆਂ ਕੀਤੀਆਂ, ਸਾਰਿਆਂ ਨੂੰ ਦਰਸ਼ਨ ਦਿੱਤੇ। ਚਾਰ ਭਰੀ ਲਗ ਤੇ ਦੀਵਾਨ। ਤੇ 4 ਘੜੀ ਤੱਕ ਮਹਾਰਾਜ ਸਾਹਿਬ ਜੀ ਦੀਵਾਨ ਦੇ ਵਿੱਚ ਸਥਿਤ ਆ। ਦੀਵਾਨ ਦੇ ਵਿੱਚ ਮਹਾਰਾਜ ਸਾਹਿਬ ਜੀ ਸੋਭਣੀ ਕਾ 4 ਘੜੀਆਂ ਤੱਕ, 24 ਮਿੰਟ ਦੀ ਇੱਕ ਘੜੀ ਹੁੰਦੀ ਹੈ। 4 ਘੜੀਆਂ ਤੇ ਗਰੀਬ ਨਵਾਜ ਨੇ ਸਾਰਿਆਂ ਨੂੰ ਖੁੱਲੇ ਦਰਸ਼ਨ ਬਖਸ਼ਿਸ਼ ਕੀਤੇ। ਉਹਨਾਂ ਦੀ ਕਾਂਤ ਤੇ ਪ੍ਰਭੂ ਸੁਜਾਨ। ਫਿਰ ਸੁਜਾਨ ਅੰਤਰਜਾਮੀ ਦਿਲਾਂ ਦੀਆਂ ਜਾਣਨਹਾਰ ਹਿਰਦੇ ਦੀਆਂ ਜਾਣਨਹਾਰ ਸਤਿਗੁਰੂ ਜੀ ਇਕਾਂਤ ਹੋ ਗਏ। ਦੇਵ ਸਬਦ ਕੋ ਤਹਿ ਵਰਤਾਈ। ਹੁਕਮ ਕਰ ਦਿੱਤਾ ਵੀ ਸਾਰਿਆਂ ਨੂੰ ਦੇਗ ਲੰਗਰ ਵਰਤਾਇਆ ਜਾਵੇ, ਭਾਈ ਪ੍ਰਸ਼ਾਦਾ ਛਕੋ ਸਾਰੇ, ਜਿੰਨੇ ਵੀ ਮਾਈ ਭਾਈ ਆਏ ਹੋ। ਤੋ ਇਸ ਤਰ੍ਹਾਂ ਮਹਾਰਾਜ ਨੇ ਹੁਕਮ ਕੀਤਾ ਹੈ ਤੇ ਸਾਰੇ ਫਿਰ ਪ੍ਰਸ਼ਾਦਾ ਛਕਣ ਲੱਗੇ। ਬਾਸ਼ਤ ਦੇ ਕਰ ਅੱਜ ਸਮਝਾਈ। ਕਹਿੰਦੇ ਜਿੰਨੀ ਕਿਸੇ ਦੀ ਇੱਛਾ ਸੀ ਨਾ ਉਹ ਲੈ ਕਰਕੇ ਸਾਰਿਆਂ ਨੇ ਛਕਿਆ ਹੈ। ਸ੍ਰੀ ਗੁਰੂ ਆਪਣਾ ਖਾਰ ਬਣਾਇਓ। ਤੇ ਮਹਾਰਾਜ ਸਾਹਿਬ ਜੀ ਇੱਕ ਪਾਸੇ ਆਪਣੇ ਆਸਣ ਤੇ ਚਲੇ ਗਏ ਨਾ, 4 ਘੜੀਆਂ ਸੰਗਤ ਵਿੱਚ ਦਰਸ਼ਨ ਦੇ ਕੇ ਆਪਣੇ ਆਸਣ ਤੇ ਜਾ ਕੇ ਸੋਭਨੀਕ ਹੋਏ। ਉੱਥੇ ਹੀ ਮਹਾਰਾਜ ਨੇ ਸਿੰਘਾਂ ਨੂੰ ਕਹਿ ਦਿੱਤਾ ਵੀ ਸਾਡਾ ਥਾਲ ਇੱਥੇ ਹੀ ਲੈ ਆਓ ਭਾਈ, ਆਸਣ ਤੇ ਹੀ ਲੈ ਆਓ, ਇੱਥੇ ਹੀ ਪ੍ਰਸ਼ਾਦਾ ਛਕ ਲੈਨੇ ਆ। ਮਹਾਰਾਜ ਨੇ ਆਪਣੇ ਆਸਣ ਦੇ ਉੱਤੇ ਹੀ ਆਪਣਾ ਥਾਲ ਮੰਗਵਾਇਆ ਹੈ। ਅੱਜਿਓ ਬਹਾਰ ਜਥਾ ਵਿੱਚ ਭਾਇਓ। ਜਿੰਨੀ ਮਹਾਰਾਜ ਦੀ ਰੁਚੀ ਸੀ, ਜਿੰਨਾ ਗੁਰੂ ਜੀ ਨੂੰ ਭਾਇਆ, ਉਹਨਾਂ ਮਹਾਰਾਜ ਸਾਹਿਬ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ। ਉਹਨੇ ਪਾਨ ਹਿਤ ਪਾਨ ਕਟੋਰਾ। ਤੇ ਫਿਰ ਜਲ ਛਕਣ ਵਾਸਤੇ ਆਪਣੇ ਹੱਥਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕਟੋਰਾ ਲਿਆ, ਬਾਟਾ ਲਿਆ ਹੈ। ਪਾਨ ਗਾਹਿਓ ਕੇ ਆਨੰਦ ਪੂਰਾ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਵਿੱਚ ਲੈ ਕਰਕੇ ਆਪਣੇ ਮੁਖ ਵੱਲ ਨੂੰ ਕਟੋਰਾ ਕੀਤਾ, ਜਲ ਛਕਿਆ ਹੈ। ਕੁਸ਼ਕ ਪੀਓ ਪਨ ਚੁਰਾ ਸੁਧਾਰਾ। ਕੁਛ ਤਾਂ ਜਲ ਛਕਿਆ ਹੈ ਤੇ ਫਿਰ ਮਹਾਰਾਜ ਨੇ ਚੁਲਾ ਵੀ ਕੀਤਾ। ਇਹ ਮਰਿਆਦਾ ਹੈ, ਨਿਯਮ ਹੈ ਗੁਰੂ ਸਾਹਿਬ ਜੀ ਦਾ ਔਰ ਖਾਲਸੇ ਨੂੰ ਦਿੱਤਾ, ਸਿੰਘਾਂ ਨੂੰ ਦਿੱਤਾ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਲ ਵਰਤਣਾ ਹੈ, ਹੱਥ ਸੁੱਚੇ ਕਰਨੇ। ਪ੍ਰਸ਼ਾਦਾ ਛਕਣਾ, ਛਕਣ ਤੋਂ ਬਾਅਦ ਫਿਰ ਜਲ ਵਰਤਣਾ ਹੈ, ਚੁਲਾ ਕਰਨਾ ਹੈ ਤੇ ਚੁਲਾ ਕਰਕੇ ਫਿਰ ਹੱਥ ਸੁੱਚੇ ਕਰਨੇ। ਇਸ ਤਰ੍ਹਾਂ ਮਹਾਰਾਜ ਨੇ ਕੁਝ ਜਲ ਛਕਿਆ ਹੈ
ਤੇ ਫਿਰ ਚੁਲਾ ਕੀਤਾ ਹੈ। ਪਾਨ ਬਖਾਰੇ ਸ੍ਰੀ ਉਦਾਰਾ ਤੇ ਜਲ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਹੱਥ ਸੁੱਚੇ ਕੀਤੇ। ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਉਦਾਰ ਸ੍ਰੇਸ਼ਟ ਸਤਿਗੁਰੂ ਜੀ ਸਥਿਤ ਹੋਏ। ਕਿਤਨ ਸਮੇਂ ਪੌੜੇ ਪ੍ਰਿਯੰਕਾ ਫਿਰ ਕੁਝ ਸਮੇਂ ਵਾਸਤੇ ਮਹਾਰਾਜ ਆਪਣੇ ਪਲੰਘ ਦੇ ਉੱਤੇ ਆਰਾਮਦਾਇਕ ਹੋ ਗਏ। ਸਾਗਰ ਸੋਢੀ ਬੰਸਮ ਯੁਕਤਾ ਕਹਿੰਦੇ ਵੀ ਸੋਢੀ ਕੁਲ ਜਾਣੋ ਸਮੁੰਦਰ ਵਾ, ਤੇ ਸੋਢੀ ਕੁਲ ਰੂਪੀ ਸਾਗਰ ਦੇ ਚੰਦਰਮਾ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਿਉਂਕਿ ਚੰਦਰਮਾ ਸਮੁੰਦਰ ਚੋਂ ਪੈਦਾ ਹੋਇਆ, ਕਰਤਾ ਪੁਰਖ ਨੇ ਸਮੁੰਦਰ ਚੋਂ ਪੈਦਾ ਕੀਤਾ ਚੰਦਰਮਾ। ਗ੍ਰੰਥਾਂ ਦੇ ਵਿੱਚ ਚੰਦਰਮਾ ਦਾ ਨਾਂ ਸਾਗਰ ਸੁੱਤ ਲਿਖਿਆ, ਸਾਗਰ ਸੁੱਤ ਚੰਦਰਮਾ ਦਾ, ਇਹ ਸਾਗਰ ਦਾ ਪੁੱਤਰ ਚੰਦਰਮਾ, ਸਾਗਰ ਸੁੱਤ। ਔਰ ਇਹਦਾ ਸੰਬੰਧ ਵਾ, ਕਿਉਂਕਿ ਐਵੇਂ ਨਹੀਂ ਮਹਾਂਪੁਰਖਾਂ ਨੇ ਗ੍ਰੰਥਕਾਰਾਂ ਨੇ ਗੱਲਾਂ ਲਿਖ ਦਿੱਤੀਆਂ, ਉਹਦੇ ਵਿੱਚ ਕੋਈ ਨਾ ਕੋਈ ਡੂੰਘੀ ਗੱਲ ਆ, ਕੋਈ ਨਾ ਕੋਈ ਰਮਜ ਹੈ। ਜਦੋਂ ਪੂਰਨਮਾਸ਼ੀ ਦੀ ਰਾਤ ਹੁੰਦੀ ਆ, ਉਦੋਂ ਹੀ ਸਮੁੰਦਰ ਦੇ ਵਿੱਚ ਉਛਾਲਾ ਆਉਂਦਾ, ਹਰ ਮਹੀਨੇ ਆਉਂਦਾ, ਸਮੁੰਦਰ ਦੇ ਨੇੜੇ ਰਹਿਣ ਵਾਲੇ ਜਾਣਦੇ। ਜਦੋਂ ਪੁੰਨਿਆਂ ਦੀ ਰਾਤ ਹੋਊਗੀ, ਜਿਹੜੇ ਲਾਗੇ ਲਾਗੇ ਆਪਣੇ ਤੰਬੂ ਲਾ ਕੇ ਝੋਪੜੀਆਂ ਪਾ ਕੇ ਬੈਠਦੇ ਨਾ, ਜਦੋਂ ਪੁੰਨਿਆਂ ਦੀ ਰਾਤ ਆਉਣ ਵਾਲੀ ਆ, ਪੁੰਨਿਆਂ ਦਾ ਦਿਨ ਆਉਣ ਵਾਲਾ, ਉਹਦੇ ਤੋਂ ਕੋਈ ਦਿਨ ਪਹਿਲਾਂ ਹੀ ਆਪਣਾ ਉਪਸ਼ਾਹ ਲੈ ਜਾਂਦੇ ਸਾਜੋ ਸਮਾਨ ਚੁੱਕ ਕੇ। ਕਹਿੰਦੇ ਵੀ ਹੁਣ ਸਮੁੰਦਰ ਦੇ ਵਿੱਚ ਉਛਾਲਾ ਆਉਣਾ। ਤੋ ਇਸ ਤਰੀਕੇ ਦੇ ਨਾਲ ਇੱਥੇ ਸਾਗਰ, ਇਹ ਤਾਂ ਕਵੀ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਵੀ ਸੋਢੀ ਕੁਲ ਜਾਣੋ ਸਾਗਰ ਵਾ, ਸੋਢੀ ਕੁਲ ਰੂਪੀ ਸਾਗਰ ਦੇ ਬੰਸ ਦੇ ਚੰਦਰਮਾ ਹਨ ਸਤਿਗੁਰੂ ਜੀ। ਢੇੜ ਜਾਮ ਜਗਹੁ ਦਿਨ ਰਹਿਓ ਤਾਂ ਇਸ ਪ੍ਰਕਾਰ ਜਦੋਂ 1.5 ਜਾਮ ਦਿਨ ਰਹਿ ਗਿਆ ਹੈ, ਪੁਨ ਇਸ਼ਨਾਨ ਆਸੀ ਦਿਨ ਕਰਿਓ ਫਿਰ ਮਹਾਰਾਜ ਆਰਾਮ ਕਰਨ ਤੋਂ ਬਾਅਦ ਉੱਠੇ ਆ ਤੇ ਭਲੀ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ ਹੈ। ਕੋਸ਼ਿਲ ਸਾਧਨ ਦੀਨ ਅਨਵਾਈ ਮਹਾਰਾਜ ਸਾਹਿਬ ਜੀ ਨੇ ਸਾਰੀ ਆਪਣੀ ਪੁਸ਼ਾਕ ਨਵੀਂ ਮੰਗਵਾਈ। ਹੁਣ ਸੱਚਖੰਡ ਪਿਆਨਾ ਕਰਨਾ ਸਤਿਗੁਰੂ ਜੀ ਨੇ, ਤੇ ਨਵਾਂ ਚੋਲਾ ਸਵਾਇਆ ਗਿਆ, ਨਵਾਂ ਜਾਮਾ, ਨਵੀਂ ਪੁਸ਼ਾਕ ਮਹਾਰਾਜ ਸਾਹਿਬ ਜੀ ਨੇ ਮੰਗਵਾ ਲਈ ਹੈ। ਸੁਸ਼ਨ ਕਾਸ਼ ਵਿਕਟ ਕਸੀ ਸੁਹਾਈ ਤੇ ਗਰੀਬ ਨਵਾਜ ਸਾਹਿਬ ਜੀ ਨੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਕਛਹਿਰਾ ਬਦਲਿਆ ਹੈ, ਤੇ ਜੋ ਸੁੱਕਾ ਕਛਹਿਰਾ ਹੈ ਉਹ ਮਹਾਰਾਜ ਸਾਹਿਬ ਜੀ ਨੇ ਪਹਿਨ ਕਰਕੇ ਇਸੇ ਤਰ੍ਹਾਂ ਸ਼ੁਸ਼ਕ ਕਾਸ਼ ਕੱਟ ਕਸੀ ਸੁਹਾਈ, ਤੇ ਫਿਰ ਕਮਰ ਕੱਸਾ ਕੱਸਿਆ ਹੈ। ਕਮਰ ਕੱਸਾ ਕੱਸ ਲਿਆ ਹੈ ਲੱਕ ਦੇ ਨਾਲ, ਕੇਸਨ ਦੇ ਸਭ ਨੀਰ ਨਚੋੜਾ ਔਰ ਕੇਸੀ ਇਸ਼ਨਾਨ ਕੀਤਾ ਸਤਿਗੁਰੂ ਸਾਹਿਬ ਜੀ ਨੇ। ਕੇਸਾਂ ਦੇ ਵਿੱਚੋਂ ਜੋ ਜਲ ਹੈ ਉਹ ਸਾਰਾ ਨਿਚੋੜ ਲਿਆ ਮਹਾਰਾਜ ਸਾਹਿਬ ਜੀ ਨੇ। ਧੂਪ ਦੁਖਾਏ ਨੰਦ ਜਗ ਝੋਰਾ ਫਿਰ ਕੇਸਾਂ ਨੂੰ ਧੂਪ ਧੁਖਾਈ ਹੈ। ਇਹ ਪੁਰਾਣੇ ਸਿੰਘ ਸਾਧ ਸੰਗਤ ਜੀ ਧੂਪ ਦਿਆ ਕਰਦੇ ਸਨ ਕੇਸਾਂ ਨੂੰ। ਰਹਿਤਨਾਮਿਆਂ ਦੇ ਵਿੱਚੋਂ ਵੀ ਬਚਨ ਪੜ੍ਹੀਏ ਤਾਂ ਮਿਲ ਜਾਂਦੇ ਆ। ਪੁਰਾਤਨ ਸਿੰਘ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਸੁਗੰਧੀ ਛਿੜਕਿਆ ਕਰਦੇ ਸੀ ਕੇਸਾਂ ਦੇ ਉੱਤੇ। ਅੱਜ ਕੱਲ੍ਹ ਤੇ ਸੈਂਟ ਆਦਿਕ ਆ ਗਿਆ, ਹੋਰ ਕਈ ਕੁਝ ਲੋਕ ਲਾ ਲੈਂਦੇ ਆ, ਪਰ ਪਿਛਲੇ ਸਮੇਂ ਵਿੱਚ ਕੋਲਿਆਂ ਦੇ ਉੱਤੇ ਪਾ ਕਰਕੇ ਧੂਪ ਦਿਖਾਈ ਜਾਂਦੀ ਸੀ। ਉਹ ਥੱਲੇ ਰੱਖ ਕੇ ਉੱਤੇ ਦੂਰ ਰੱਖ ਕੇ ਕੇਸ ਤੇ ਕੇਸਾਂ ਨੂੰ ਸੁਗੰਧੀ ਦੇਣੀ, ਕਿਉਂਕਿ ਕੇਸ ਕਿੰਨੇ ਸਤਿਕਾਰਯੋਗ ਆ। ਰਹਿਤਨਾਮੇ ਵਿੱਚ ਵਜਣ ਆਉਂਦਾ ਵਾ ਵੀ ਕੇਸ ਗੁਰੂ ਦੀ ਮੋਹਰੇ ਤਾਂ ਆਪਾਂ ਸਾਰੇ ਜਾਣਦੇ, ਤਾਂ ਰਹਿਤਨਾਮੇ 'ਚ ਵਚਨ ਆਉਂਦਾ ਵਾ ਵੀ ਕੇਸਾਂ ਦਾ ਸਤਿਕਾਰ ਗੁਰੂ ਸਾਹਿਬ ਦੇ ਬਰਾਬਰ ਕਰਨਾ। ਜਿੰਨਾ ਸਿੱਖ ਨੇ ਅਦਬ ਆਪਣੇ ਗੁਰੂ ਸਾਹਿਬ ਦਾ ਕਰਨਾ ਨਾ, ਜਿੰਨਾ ਅਦਬ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਕਰਨਾ, ਜਿੰਨਾ ਅਦਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਰਨਾ, ਜਿੰਨਾ ਅਦਬ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ, ਇੰਨਾ ਅਦਬ ਕੇਸਾਂ ਦਾ ਕਰਨਾ। ਜਦੋਂ ਗੁਰੂ ਸਾਹਿਬ ਦੇ ਬਰਾਬਰ ਕਹਿ ਦਿੱਤਾ ਵੀ ਗੁਰੂ ਸਾਹਿਬ ਦੇ ਬਰਾਬਰ ਕੇਸਾਂ ਦਾ ਕਰਨਾ, ਤੇ ਕੋਈ ਭਾਗਾਂ ਵਾਲਾ ਹੀ ਕਰਦਾ, ਬਹੁਤੇ ਨਹੀਂ ਕਰਦੇ ਸਾਧ ਸੰਗਤ। ਕਈਆਂ ਘਰਾਂ ਦੇ ਵਿੱਚ ਐਸੀ ਰੀਤ ਬਣੀ ਹੋਈ ਹੈ ਵੀ ਕੇਸਾਂ ਦੇ ਵਿੱਚ ਕੰਘਾ ਕਰਕੇ, ਜਿਹੜੇ ਵਿੱਚ ਕੰਘੇ ਦੇ ਕੇਸ ਆਉਂਦੇ ਆ, ਕਈ ਲੋਕ ਤਾਂ ਉਹਨੂੰ ਸੰਭਾਲਦੇ ਨਹੀਂ, ਉਹਨਾਂ ਨੂੰ ਉਤਰਾ ਹੀ ਸੁੱਟ ਦਿੰਦੇ ਆ। ਪਰ ਜਿਹੜੇ ਗੁਰਸਿੱਖ ਵਾ, ਜਿਹੜੇ ਜਾਣਦੇ ਆ ਮਾਈ ਭਾਈ, ਉਹਨਾਂ ਨੇ ਗੁਥਲੀਆਂ ਲਾਈਆਂ ਹੋਈਆਂ ਆਪਣੇ ਘਰਾਂ ਵਿੱਚ। ਜੇ ਭਾਈ ਨੇ ਕੇਸਾਂ ਨੂੰ ਸਾਫ਼ ਕੀਤਾ ਵਾ, ਕੰਘਾ ਕੀਤਾ ਵਾ, ਤੇ ਜਿਹੜੇ ਕੇਸ ਆਏ ਆ ਉਹ ਇਕੱਠੇ ਕਰਕੇ ਤੇ ਉਹ ਗੁਥਲੀ ਵਿੱਚ ਪਾ ਦਿੱਤੇ ਜਾਂਦੇ।
ਜਿਵੇਂ ਕੋਈ ਸੋਨਾ ਸੰਭਾਲ ਕੇ ਰੱਖਿਆ ਜਾਂਦਾ, ਜਿਵੇਂ ਕੋਈ ਗਹਿਣਾ ਸੰਭਾਲ ਕੇ ਰੱਖਿਆ ਜਾਂਦਾ, ਗੁਰੂ ਕੇ ਸਿੱਖ ਕੇਸਾਂ ਨੂੰ ਇੰਜ ਸੰਭਾਲ ਕੇ ਰੱਖਦੇ ਆ। ਜਦੋਂ ਇਕੱਠੇ ਹੋ ਜਾਣ 10 ਦਿਨਾਂ ਬਾਅਦ, 20 ਦਿਨਾਂ ਬਾਅਦ, ਮਹੀਨੇ ਬਾਅਦ, ਫਿਰ ਉਹਨਾਂ ਕੇਸਾਂ ਦਾ ਸੰਸਕਾਰ ਕੀਤਾ ਜਾਂਦਾ ਸਤਿਕਾਰ ਦੇ ਨਾਲ। ਇੱਕ ਵੀ ਕੇਸ ਪੈਰਾਂ 'ਚ ਨਹੀਂ ਰੁਲਣ ਦਿੱਤਾ ਜਾਂਦਾ, ਕਿਉਂਕਿ ਕੇਸ ਬਚਨਵਾ ਛਾਪ ਗੁਰੂ ਕੀ, ਛਾਪ ਕਹਿੰਦੇ ਮੋਹਰ ਨੂੰ, ਛਾਪ ਗੁਰੂ ਕੀ ਗੁਰ ਸਮ ਜਾਣੈ, ਗੁਰ ਸਮ ਅਦਬ ਕੇਸ ਕੋ ਠਾਨੈ। ਗੁਰੂ ਸਾਹਿਬ ਦੇ ਬਰਾਬਰ ਕੇਸਾਂ ਦਾ ਅਦਬ ਕਰੇ। ਇਸ ਕਰਕੇ ਪ੍ਰਾਤਨ ਗੁਰਸਿੱਖ ਕੇਸਾਂ ਦਾ ਅਦਬ ਇੰਜ ਕਰਦੇ ਸੀ, ਸੁਗੰਧੀ ਮਾਰ ਧੁਖਾਇਆ ਕਰਦੇ ਸਨ, ਕੇਸਾਂ ਨੂੰ ਸੁਗੰਧੀ ਦਿਆ ਕਰਦੇ ਸਨ, ਧੂਪ ਧੁਖਾਇਆ ਕਰਦੇ ਸਨ। ਤੋ ਮਹਾਰਾਜ ਸਾਹਿਬ ਜੀ ਦਾ ਇੱਥੇ ਆਪਾਂ ਪੜ੍ਹ ਰਹੇ ਹਾਂ ਕਿ ਸਤਿਗੁਰੂ ਜੀ ਨੇ ਕੇਸੀ ਇਸ਼ਨਾਨ ਕੀਤਾ ਹੈ, ਫਿਰ ਕੇਸਾਂ ਨੂੰ ਨਿਚੋੜਿਆ ਹੈ, ਤੇ ਫਿਰ ਕੇਸਾਂ ਨੂੰ ਧੂਪ ਧੁਖਾ ਕੇ ਤੇ ਗੰਧ ਚੱਕ ਚੋਰਾ ਤੇ ਸੁਗੰਧੀ ਵਿੱਚ ਮਿਲਾਈ ਹੈ, ਕੇਸਾਂ ਨੂੰ ਸੁਗੰਧੀ ਦਿੱਤੀ ਮਹਾਰਾਜ ਸਾਹਿਬ ਜੀ। ਕਦੀ ਵੀ ਕੇਸਾਂ ਵਿੱਚ ਕੰਘਾ ਕਰਕੇ ਸਾਧ ਸੰਗਤ ਜੀ ਕੇਸਾਂ ਨੂੰ ਪੈਰਾਂ ਵਿੱਚ ਰੋਲਣ ਵਾਸਤੇ ਨਹੀਂ ਸੁੱਟਣਾ ਚਾਹੀਦਾ। ਇਹ ਬਹੁਤ ਵੱਡਾ ਗੁਨਾਹ ਹੈ, ਇਹ ਪਾਪ ਕਹਿ ਲਈਏ, ਇਹ ਵੱਡਾ ਪਾਪ ਹੋ ਜਾਂਦਾ ਸੁਭਾਵਕ। ਜੇ ਕੋਈ ਕੇਸਾਂ 'ਚ ਕੰਘਾ ਕਰਕੇ ਕੇਸਾਂ ਨੂੰ ਘਰੇ ਰੋਲਣ ਵਾਸਤੇ ਸੁੱਟ ਦਿੰਦਾ ਹੈ ਝਾੜੂ ਦੇ ਅੱਗੇ, ਕੇਸਾਂ ਨੂੰ ਗੁਥਲੀ ਵਿੱਚ ਪਾ ਕੇ ਰੱਖਣਾ ਚਾਹੀਦਾ, ਫਿਰ ਸੰਸਕਾਰ ਕਰਨਾ ਚਾਹੀਦਾ। ਜਦੋਂ ਕੇਸਾਂ ਵਿੱਚ ਕੰਘਾ ਕਰਦੇ ਉਸ ਵੇਲੇ ਵੀ ਗੁਰਸਿੱਖ ਕੇਸਕੀ ਆਪਣੇ ਗੋਡਿਆਂ ਤੇ ਵਿਛਾ ਕੇ ਕਰਦੇ, ਕੋਈ ਨਾ ਕੋਈ ਕੱਪੜਾ ਥੱਲੇ ਵਿਛਾ ਲੈਣਾ ਚਾਹੀਦਾ, ਜਿਸ ਕਰਕੇ ਇੱਕ ਵੀ ਕੇਸ ਪਾਸੇ ਨਾ ਜਾ ਕੇ ਡਿੱਗੇ। ਫਿਰ ਸਾਰਿਆਂ ਨੂੰ ਇਕੱਠੇ ਕਰਕੇ ਸਾਂਭ ਕੇ ਰੱਖਣਾ ਚਾਹੀਦਾ। ਕੁਝ ਦਿਨਾਂ ਬਾਅਦ ਉਹਨਾਂ ਦਾ ਸੰਸਕਾਰ ਕਰਨਾ ਚਾਹੀਦਾ। ਜੂਠਾ ਹੱਥ ਨਹੀਂ ਕੇਸਾਂ ਨੂੰ ਲਾਉਣਾ ਚਾਹੀਦਾ। ਤੋ ਇਹ ਕੇਸਾਂ ਦੇ ਸੰਬੰਧ ਵਿੱਚ ਬਹੁਤ ਮਰਿਆਦਾ ਲਿਖੀ ਹੋਈ ਹੈ ਰਹਿਤਨਾਮਿਆਂ ਦੇ ਵਿੱਚ ਕਿ ਜੂਠਾ ਹੱਥ ਨਾ ਲਾਵੇ ਕੇਸਾਂ ਨੂੰ। ਕੇਸਾਂ ਨੂੰ ਗੁਰੂ ਸਾਹਿਬ ਜੀ ਦੇ ਇਹ ਮੋਹਰ ਜਾਣ ਕੇ ਗੁਰੂ ਦੇ ਬਰਾਬਰ ਸਤਿਕਾਰ ਕਰੇ। ਤਾਂ ਮਹਾਰਾਜ ਸਾਹਿਬ ਜੀ ਨੇ ਕੇਸਾਂ ਦੇ ਵਿੱਚੋਂ ਜਲ ਨਿਚੋੜ ਕਰਕੇ ਧੂਪ ਧਖਾ ਕੇ ਸੁਗੰਧੀ ਲਾਈ ਹੈ ਕੇਸਾਂ ਨੂੰ। ਫਿਰ ਮਹਾਰਾਜ ਸਾਹਿਬ ਜੀ ਨੇ ਬੜੀ ਚੰਗੇ ਤਰੀਕੇ ਦੇ ਨਾਲ ਸੋ ਕੰਘਾ ਕਰਕੇ ਤੇ ਸਤਿਗੁਰੂ ਜੀ ਨੇ ਨਿੱਕੀ ਰੀਤ ਅਨੁਸਾਰ ਕੇਸਾਂ ਦਾ ਜੂੜਾ ਬਣਾਇਆ, ਫਿਰ ਜੂੜਾ ਕੀਤਾ ਕੇਸਾਂ ਦੇ ਨਾਲ। ਕੇਸਕੀ ਕਰਕੇ ਨਾਲ ਜੋ ਛੋਟੀ ਦਸਤਾਰ ਹੈ ਉਹਨੂੰ ਨਾਲ ਕਰਕੇ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਜੂੜਾ ਕਰਿਆ ਕਰਦੇ। ਇਸੇ ਤਰ੍ਹਾਂ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਕਰਦੇ। ਤੋ ਕੇਸਕੀ ਨਾਲ ਜਿਹੜੀ ਛੋਟੀ ਦਸਤਾਰ ਹੇਠਾਂ ਹੈ ਬੰਨਣ ਵਾਲੀ ਦਸਤਾਰ ਦੇ ਉਹਨੂੰ ਕੇਸਕੀ ਕਹਿੰਦੇ ਆਪਾਂ, ਉਹ ਕੇਸਾਂ ਦੇ ਨਾਲ ਮਹਾਰਾਜ ਸਾਹਿਬ ਜੀ ਬੰਨ੍ਹ ਕੇ ਤੋ ਇਸ ਤਰੀਕੇ ਦੇ ਨਾਲ ਕੇਸਕੀ ਸਜਾਉਂਦੇ। ਜੂੜਾ ਚੰਗੀ ਤਰ੍ਹਾਂ ਬਣਾਇਆ ਸਤਿਗੁਰੂ ਜੀ ਨੇ। ਤੇ ਫਿਰ ਇਸੇ ਤਰ੍ਹਾਂ ਸ਼ਮਸ਼ ਦਾੜੇ ਨੂੰ, ਮੂਛ ਮੁੱਛਾਂ ਨੂੰ ਤੇ ਕੇਸਾਂ ਨੂੰ ਮਹਾਰਾਜ ਸਾਹਿਬ ਜੀ ਨੇ ਤੇਲ ਲਾਇਆ ਸਾਧ ਸੰਗਤ, ਚਿਕਨਾਈ ਕੀਤੀ ਹੈ ਕੇਸਾਂ ਦੇ ਵਿੱਚ। ਤੇ ਸਤਿਗੁਰੂ ਸਾਹਿਬ ਜੀ ਹੁਣ ਦਸਤਾਰਾ ਸਜਾਉਣ ਲੱਗੇ, ਦਮਾਲਾ ਸਜਾਉਣ ਲੱਗੇ ਮਹਾਰਾਜ ਸਾਹਿਬ। ਤੇ ਸੂਖਮ ਬਰੀਕ ਕੱਪੜੇ ਦੀ ਨੀਕ ਬੜੀ ਚੰਗੀ ਨਈ ਉਸ਼ਨੀਕ ਨਵੀਂ ਮਹਾਰਾਜ ਸਾਹਿਬ ਜੀ ਨੇ ਦਸਤਾਰ ਮੰਗਵਾਈ। ਪੋਸ਼ਾਕ ਵੀ ਅੱਜ ਨਵੀਂ ਪਹਿਨੀ ਆ, ਬਸਤਰ ਸਾਰੇ ਨਵੇਂ ਮਹਾਰਾਜ ਸਾਹਿਬ ਜੀ ਨੇ ਪਹਿਨੇ ਆ, ਤੇ ਦਸਤਾਰ ਵੀ ਨਵੀਂ ਸਤਿਗੁਰੂ ਜੀ ਨੇ ਮੰਗਵਾਈ ਆ ਜੋ ਬਹੁਤ ਬਰੀਕ ਹੈ। ਤੇ ਦਾਸ ਨੇ ਚਿਣ ਕਰਕੇ ਮਹਾਰਾਜ ਦੇ ਪਾਸ ਰੱਖ ਦਿੱਤੀ ਹੈ ਗੁਰੂ ਕੇ ਸਿੰਘ ਨੇ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ ਆਪਣੇ ਸਿੰਘਾਂ ਨੂੰ ਵੀ ਦਸਤਾਰ ਚਿਣ ਕੇ ਰੱਖਣੀ ਹੈ। ਜਦੋਂ ਸਜਾਉਣੀ ਆ ਉਸ ਵੇਲੇ ਵੀ ਚਿਣ ਕੇ ਸਜਾਉਣੀ, ਇੱਕ ਇੱਕ ਪੇਚ ਕਰਕੇ ਸਜਾਉਣੀ ਆ, ਤੇ ਜਿਸ ਵੇਲੇ ਉਤਾਰਨੀ ਆ ਉਦੋਂ ਵੀ ਇੱਕ ਇੱਕ ਪੇਚ ਕਰਕੇ ਉਤਾਰਨੀ, ਤੇ ਚਿਣ ਕੇ ਰੱਖਣੀ ਝਾੜ ਕੇ, ਵੱਟ ਝਾੜ ਕੇ। ਤੋ ਇਸੇ ਤਰ੍ਹਾਂ ਇੱਥੇ ਆਇਆ ਵੀ ਚਿਣ ਕਰ ਧਰ ਥਿਰ ਦਾਸ ਨਜੀਕ। ਦਾਸ ਨੇ ਗੁਰੂ ਕੇ ਸਿੰਘ ਨੇ ਦਸਤਾਰ ਨੂੰ ਚਿਣ ਕੇ, ਨਵੀਂ ਦਸਤਾਰ ਉਹਨੂੰ ਚਿਣ ਕੇ ਚੰਗੀ ਤਰ੍ਹਾਂ ਝਾੜ ਕੇ ਮਹਾਰਾਜ ਸਾਹਿਬ ਜੀ ਦੀ ਸੇਵਾ 'ਚ ਰੱਖ ਦਿੱਤੀ ਹੈ। ਪਹਿਲਾਂ ਮਹਾਰਾਜ ਸਾਹਿਬ ਜੀ ਨੇ ਥੱਲੇ ਕੇਸਕੀ ਕੀਤੀ ਹੈ ਜੂੜੇ ਦੇ ਨਾਲ, ਛੋਟੀ ਦਸਤਾਰ ਉਹਦੀ ਕੇਸਕੀ ਕਰ ਲਈ ਹੈ। ਤੇ ਫਿਰ ਮਹਾਰਾਜ ਸਾਹਿਬ ਜੀ ਹੁਣ ਵੱਡਾ ਦਸਤਾਰਾ ਸਜਾਉਣ ਲੱਗੇ। ਆਪਣੇ ਸੀਸ ਦੇ 4 ਚਪੇਰੇ ਕਹਿੰਦੇ ਵੀ ਇੱਕ ਇੱਕ ਪੇਚ ਕਰਕੇ ਮਹਾਰਾਜ ਬੰਨ ਰਹੇ ਦਸਤਾਰ।
ਉਤਾਰੇ। ਹੌਲੀ ਹੌਲੀ ਸਤਿਗੁਰੂ ਸਾਹਿਬ ਜੀ ਨੇ ਸਾਰੇ ਵਾਰੋ ਵਾਰੀ ਇੱਕ ਇੱਕ ਪੇਚ ਜਿਹੜਾ ਉਹ ਦਸਤਾਰ ਦਾ ਸਜਾਇਆ, ਇੱਕ ਇੱਕ ਪੇਚ ਕਰਕੇ ਦਸਤਾਰ ਸਜਾ ਰਹੇ ਹਨ। ਹੁਣ ਜੂੜੇ ਪਰ ਲਿਆਏ ਸੁਧਾਰੇ। ਫਿਰ ਉੱਪਰ ਜੂੜੇ ਦੇ ਉੱਪਰ ਲਿਆ ਕਰਕੇ ਚੰਗੀ ਤਰ੍ਹਾਂ ਮਹਾਰਾਜ ਨੇ ਸੁਧਾਰਿਆ ਹੈ। ਪਿੱਛੋਂ ਲੜ ਲਿਆ ਕਰਕੇ ਕੇਸਕੀਲ ਅਗਲੇ ਪਾਸੇ ਕੀਤਾ ਹੈ। ਸਾਰਾ ਸੀਸ ਜਿਹੜਾ ਉਹ ਕੱਜਿਆ ਹੈ ਉਪਰ ਮਹਾਨ ਦਿਖਾਏ ਹਵਾਰੀ। ਤੇ ਫਿਰ ਵੱਡਾ ਸਾਰਾ ਸੀਸਾ ਵੀ ਸਿੰਘ ਨੇ ਲੈ ਆਂਦਾ ਮਹਾਰਾਜ ਸਾਹਿਬ ਦੇ ਸਾਹਮਣੇ ਤੇ ਸਤਿਗੁਰੂ ਜੀ ਨੂੰ ਉਹ ਸੀਸਾ ਵਿਖਾਇਆ। ਮੁਕਰ ਨਾਮ ਸੀਸੇ ਦਾ ਹੈ, ਮਹਾਨ ਕਹੀਏ ਵੱਡਾ ਵੱਡਾ ਸੀਸਾ ਲਿਆ ਕਰਕੇ ਵਿਖਾਇਆ। ਉਹਦੇ ਚ ਵੇਖਿਆ ਮਹਾਰਾਜ ਸਾਹਿਬ ਜੀ ਨੇ ਦਸਤਾਰਾ ਬਹੁਤ ਦਿਲ ਤੇ ਦਸਤਾਰ ਸਵਾਰੀ। ਪਹਿਲੋਂ ਉਤਰਾ ਹੀ ਸਜਾ ਲਈ ਆ, ਕਿਉਂਕਿ ਰੋਜ਼ ਸਜਾਉਂਦੇ ਮਹਾਰਾਜ ਸਾਹਿਬ। ਜਿਹੜਾ ਰੋਜ਼ ਦਸਤਾਰ ਸਜਾਉਣ ਵਾਲਾ ਵਾ ਉਹ ਬਿਨਾਂ ਵੇਖਣ ਤੋਂ ਹੀ ਉਸੇ ਤਰ੍ਹਾਂ ਸਜਾ ਲੈਂਦਾ। ਇਸ ਕਰਕੇ ਪਹਿਲਾਂ ਸਜਾ ਤਾਂ ਉਂਝ ਹੀ ਲਈ ਆ, ਫਿਰ ਸਿੰਘ ਨੇ ਅੱਗੇ ਸੀਸਾ ਲੈ ਆਂਦਾ ਤੇ ਮਹਾਰਾਜ ਨੇ ਫਿਰ ਵਿੱਚ ਵੇਖ ਲਈ ਆ ਵੀ ਹੁਣ ਸਿੰਘ ਸੀਸਾ ਲੈ ਆਇਆ। ਬਹੁ ਬਿਦ ਤੇ ਦਸਤਾਰ ਸਵਾਰੀ। ਫਿਰ ਵੇਖ ਕੇ ਮਹਾਰਾਜ ਸਾਹਿਬ ਨੇ ਚੰਗੀ ਤਰ੍ਹਾਂ ਸਵਾਰ ਲਈ ਵਿੱਚ ਦਸਤਾਰ। ਹੁਣ ਖਜ਼ਾਨਚੀ ਜਿਗਾ ਦਿਖਾਈ। ਫਿਰ ਗੁਰੂ ਕਾ ਖਜ਼ਾਨਚੀ ਉਸਨੇ ਜਿਗਾ ਲਿਆ, ਮਹਾਰਾਜ ਦੇ ਹਾਜ਼ਰ ਕੀਤੀ ਹੈ ਬਹੁਤ ਮੋਲ ਕੀ ਰਚਨ ਬਣਾਈ। ਤੇ ਬਹੁਤ ਜਿਹੜੀ ਮੁੱਲ ਦੀ ਆ ਸੋਹਣੀ ਬਣਾਈ ਹੋਈ ਜਿਗਾ ਹੈ। ਪਾਪ ਭਾਲ ਕਰ ਬੰਦ ਸਜਾਈ। ਮਹਾਰਾਜ ਸਾਹਿਬ ਜੀ ਨੇ ਮਸਤਕ ਦੇ ਉੱਪਰ ਦਸਤਾਰ ਦੇ ਉੱਤੇ ਜਿਗਾ ਜਿਹੜੀ ਹੈ ਨਾ ਉਹ ਬੰਨ੍ਹ ਕੇ ਸਜਾ ਲਈ ਹੈ। ਪੰਕਤ ਹੀਰਨ ਕੀ ਚਮਕਾਈ। ਉਹਦੇ ਵਿੱਚ ਜਿਗਾ ਦੇ ਵਿੱਚ ਪੰਕਤ ਕਹੀਏ ਕਿ ਲੜੀਆਂ ਹੀਰਿਆਂ ਦੀਆਂ ਦਮਕ ਰਹੀਆਂ ਹਨ। ਜਬਰ ਜਵਾਬ ਚਾਹਰ ਜੋਤ। ਜਿਨ੍ਹਾਂ ਹੀਰਿਆਂ ਦੀ ਜਵਾਹਰ ਆਦਿਕਾਂ ਦੀ ਜਾਰੀ ਜੋਤ ਜਿਹੜੀ ਹੈ ਉਹ ਚਮਕ ਦਮਕ ਰਹੀ ਹੈ। ਜਗਮਗ ਜਗਮਗ ਸ਼ੋਭ ਪਤੋਤ। ਉਹ ਹੀਰੇ ਜਗਮਗ ਜਗਮਗ ਕਰ ਰਹੇ ਹਨ। ਸ਼ੋਭਾ ਉਦੋਤ, ਸ਼ੋਭ ਜਿਹੜੀ ਹੈ ਸ਼ੋਭਾ ਉਹ ਪ੍ਰਗਟ ਹੋ ਰਹੀ ਹੈ। ਓਕਾ ਕੁਸ਼ਨ ਸੁਭਤ ਉਜਾਲਾ। ਤੇ ਜਿਗਾ ਦੇ ਵਿੱਚ ਮੋਤੀਆਂ ਦੇ ਗੁੱਛੇ ਲੱਗੇ ਹੋਏ ਹਨ, ਉਹਨਾਂ ਦੀ ਵੀ ਉਜਾਲਾ ਸ਼ੋਭਾ ਬਹੁਤ ਸ਼ੋਭ ਸਹਿਤ ਹੋ ਰਹੀ ਹੈ। ਸੁੰਦਰ ਕਾਜੀ ਮਨੀ ਬਸਾਲਾ। ਤੇ ਉਸ ਜਿਗਾ ਦੇ ਵਿੱਚ ਸੋਹਣੀ ਉੱਚੀ ਕਲਗੀ ਜਿਹੜੀ ਹੈ ਨਾ ਉਹ ਬਣੀ ਹੋਈ ਹੈ। ਨਾਨਾ ਰੰਗ ਜਵਾਹਰ ਲਾਗੇ। ਜਿਸ ਕਲਗੀ ਦੇ ਵਿੱਚ ਅਨੇਕ ਪ੍ਰਕਾਰ ਦੇ ਰੰਗਾਂ ਦੇ ਜਵਾਹਰ ਆਦਿਕ ਲੱਗੇ ਹੋਏ ਹਨ। ਘੜਤ ਅਨੂਠੀ ਜੀਵਰ ਸੁਜਾਗੇ। ਕਹਿੰਦੇ ਅਲੌਕਿਕ ਤਰ੍ਹਾਂ ਦੀ ਘੜੀ ਹੋਈ ਉਹ ਕਲਗੀ ਹੈ, ਜਿਸ ਵਿੱਚ ਸੋ ਜੇਬ ਉਹ ਲੱਗੇ ਹੋਏ ਹੀਰੇ ਆਦਿਕ ਜਗ ਰਹੇ ਹਨ। ਰੀਤਰ ਸੰਗੋ ਤੰਗ ਸਜਾਈ। ਮਹਾਰਾਜ ਸਾਹਿਬ ਜੀ ਨੇ ਜਿਗਾ ਦੇ ਵਿੱਚ ਇਹ ਕਲਗੀ ਸਜਾ ਲਈ ਹੈ ਉੱਚੀ। ਖਾਲੇ ਸੇ ਢੂਲਕ ਦਮਕਾਈ। ਜਿਸ ਵੇਲੇ ਮਹਾਰਾਜ ਸਾਹਿਬ ਜੀ ਦਾ ਸੀਸ ਹਿਲਦਾ ਹੈ ਨਾ, ਥੋੜਾ ਜਿਹਾ ਵੀ ਸੀਸ ਹਿਲਦਾ ਹੈ ਤੇ ਕਲਗੀ ਹਿਲਦੀ ਹੈ। ਉਸ ਵੇਲੇ ਚਮਕਾਂ ਮਾਰਦੀ ਹੈ ਕਲਗੀ ਸਤਿਗੁਰੂ ਜੀ ਦੇ ਦਸਤਾਰੇ ਦੇ ਉੱਤੇ। ਸੂਖਮ ਤੇ ਸੂਖਮ ਬਰਤੀਰ। ਗਰੀਬ ਨਵਾਜ ਸਾਹਿਬ ਜੀ ਨੇ ਜਿਹੜਾ ਚੋਲਾ ਪਹਿਨਿਆ ਹੈ ਨਾ ਉਹਦੇ ਬਾਰੇ ਦੱਸ ਰਹੇ। ਕਹਿੰਦੇ ਸੂਖਮ ਤੇ ਸੂਖਮ, ਬਰੀਕ ਤੋਂ ਬਰੀਕ, ਸ੍ਰੇਸ਼ਟ ਜੋ ਵਸਤਰ ਦਾ ਬਣਿਆ ਹੋਇਆ ਹੈ। ਜਾਮਾ ਪਹਿਲੋ ਦਿਤੈ ਸਰੀਰ। ਉਹ ਬਹੁਤਾ ਹੀ ਪਤਲਾ, ਬਹੁਤਾ ਹੀ ਸੂਖਮ ਮਹਾਰਾਜ ਦਾ ਜਾਮਾ ਹੈ, ਚੋਲਾ ਹੈ, ਸਤਿਗੁਰੂ ਜੀ ਨੇ ਪਹਿਨਿਆ ਹੈ ਤੇ ਸੋਭਾ ਪਾ ਰਿਹਾ ਵਿੱਚ ਸਤਿਗੁਰੂ ਜੀ ਦਾ ਸੁੰਦਰ ਸਰੀਰ। ਬਹੁ ਪਾਲਣ ਕੋ ਸਕਿਓ ਵਿਸਾਲਾ। ਬਹੁਤੀਆਂ ਕਲੀਆਂ ਵਾਲਾ ਚੋਲਾ ਹੈ ਮਹਾਰਾਜ ਦਾ, ਬਹੁਤਿਆਂ ਪੱਲਿਆਂ ਵਾਲਾ, ਬਹੁਤੀਆਂ ਕਲੀਆਂ ਵਾਲਾ ਚੋਲਾ ਸਤਿਗੁਰੂ ਜੀ ਦਾ ਬਹੁਤਾ ਹੀ ਸੱਜਾ ਹੈ। ਬੰਦ ਬੰਦ ਨਿਰਕਾਏ ਸੁਤਾਲਾ। ਮਹਾਰਾਜ ਸਾਹਿਬ ਜੀ ਨੇ ਅਗਲੀਆਂ ਤਣੀਆਂ, ਜੋ ਦੋ ਤਣੀਆਂ ਹੁੰਦੀਆਂ ਉਹ ਬੰਨ੍ਹ ਕਰਕੇ ਤੇ ਗਰੀਬ ਨਵਾਜ ਸਾਹਿਬ ਜੀ ਨੇ ਇਹ ਜਾਮਾ ਪਹਿਨ ਲਿਆ, ਸੋਭਨੀਕ ਹੋਇਆ ਤੇ ਮੋਢੇ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਢਾਲ ਲਟਕਾ ਲਈ ਹੈ। ਤੀਖਣ ਧਾਰਾ ਖੜਗ ਕਰਾਤੇ। ਤੇ ਫਿਰ ਜਿਹਦੀ ਤਿੱਖੀ ਧਾਰ ਹੈ, ਬੜਾ ਭਿਆਨਕ ਸਤਿਗੁਰੂ ਜੀ ਦਾ ਖੜਗ ਹੈ। ਕੰਚਨ ਮੁਸਤ ਜਟ ਨਗ ਨਾਲੇ। ਤੇ ਸੋਨੇ ਦੀ ਮੁੱਠ ਹੈ ਜਿਸ ਸ੍ਰੀ ਸਾਹਿਬ ਦੀ, ਜਿਸ ਖੜਗ ਦੀ, ਤੇ ਸੋਨੇ ਦੀ ਮੁੱਠ ਦੇ ਨਾਲ ਜੜਤ ਨਗ ਵੀ ਜੜੇ ਹੋਏ ਆ ਨਾਲ। ਜਿਸਕੇ ਲਗੇ ਮਨਾਰ ਕਨਾਲਾ। ਤੇ ਜਿਸ ਕਹਿੰਦੇ ਵੀ ਉਸ ਖੜਗ ਦੇ ਮਨਾਲ, ਮਿਆਨ ਦੇ ਉੱਪਰਲੇ ਹਿੱਸੇ ਨੂੰ ਕਿਹਾ ਜਾਂਦਾ ਹੈ। ਉੱਪਰਲੇ ਪਾਸੇ ਜਿਹੜਾ ਮੁੱਠਾ ਬਣਿਆ ਹੁੰਦਾ ਹੈ, ਜਿਹੜੀ ਠੋਕਰ ਉੱਪਰਲੇ ਪਾਸੇ ਤੇ ਹੇਠਲੇ ਪਾਸੇ ਲੱਗੀ ਹੁੰਦੀ ਹੈ, ਉੱਪਰਲੇ ਨੂੰ ਮਨਾਲ ਕਹਿੰਦੇ ਆ, ਹੇਠਲੀ ਨੂੰ ਤਨਾਲ ਕਹਿੰਦੇ ਹਨ। ਉਹ ਕਹਿੰਦੇ ਵੀ ਉੱਪਰਲੇ ਪਾਸੇ ਤੇ ਹੇਠਲੇ ਪਾਸੇ ਸੋਨੇ ਚਾਂਦੀ ਦੇ ਉਹ ਮਨਾਲ ਤੇ ਤਨਾਲਾ ਲੱਗੇ ਹੋਏ ਹਨ। ਗੜੀਆਂ ਹਰ ਚਪੜਾਸ ਵਿਸਾਲਾ।
ਇਸੇ ਤਰ੍ਹਾਂ ਕੜੀਆਂ ਲੱਗੀਆਂ ਹਨ, ਉੱਪਰਲੇ ਪਾਸੇ ਕੁੰਡੇ ਲੱਗੇ ਹੋਏ ਹਨ ਤੇ ਐਸਾ ਮਿਆਨ ਸੋਹਣਾ ਜਿਹੜਾ ਹੈ ਉਹ ਬਣਿਆ ਹੋਇਆ ਹੈ। ਚਾਂਦੀ ਕਰਕੇ ਚਮਕਤ ਚਾਰ ਇਸੇ ਤਰ੍ਹਾਂ ਸੋਨੇ ਦੇ ਉਹ ਚਮਕ ਰਹੇ ਹਨ ਚਾਰ ਸ੍ਰੇਸ਼ਟ। ਗਲੀ ਗਾਤਰਾ ਦੇ ਗੁਰਜਾਦ ਸੋ ਜਿਸ ਦਾ ਗਾਤਰਾ ਸ੍ਰੀ ਸਾਹਿਬ ਦਾ ਜਰੀਦਾਰ ਹੈ, ਬਹੁਤ ਹੀ ਸੋਭਨੀਕ ਹੈ। ਸ੍ਰੀ ਸਤਿਗੁਰ ਵੇਖਾ ਤੇ ਸਮੋ ਉਸ ਵੇਲੇ ਸਿੰਘਾਂ ਦੇ ਪਾਸੋਂ ਐਸਾ ਖੜਗ, ਐਸਾ ਸ੍ਰੀ ਸਾਹਿਬ ਲੈ ਕਰਕੇ ਪਹਿਰਨ ਦੇ ਪੂਰਵ ਕਰਨੋ ਪਹਿਨਣ ਲੱਗੇ ਆ ਗਾਤਰੇ। ਪਹਿਨਣ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਸ੍ਰੀ ਸਾਹਿਬ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਸਤਿਗੁਰੂ ਜੀ ਨੇ। ਭਰਿਓ ਦੇ ਖੰਗ ਅਕੰਬਲ ਕਰ ਹੁਣ ਗਾਤਰੇ ਪਹਿਨ ਲਿਆ ਸ੍ਰੀ ਸਾਹਿਬ ਦਸ਼ਮੇਸ਼ ਪਾਤਸ਼ਾਹ ਜੀ ਨੇ। ਫਿਰ ਭਰਿਆ ਹੋਇਆ ਤੀਰਾਂ ਦਾ ਜੋ ਨਿਖੰਗ ਭੱਥਾ ਹੈ, ਖਰਨ ਕਹੀਏ ਬਹੁਤੇ ਤਿੱਖੇ ਤੀਰਾਂ ਦਾ ਭਰਿਆ ਹੋਇਆ ਹੈ। ਕੰਚਨ ਲਗੇ ਭਏ ਸੋ ਕਰਨਾ ਤੇ ਕੰਚਨ ਸੋਨਾ ਲੱਗਿਆ ਹੋਇਆ ਜਿਨ੍ਹਾਂ ਤੀਰਾਂ ਦੇ ਨਾਲ, ਤੋਲਾ ਤੋਲਾ, ਸਵਾ ਸਵਾ ਤੋਲਾ, ਤੇ ਸ਼ੁਭ ਬਰਨ ਸੋਹਣੇ ਰੰਗਾਂ ਵਾਲੇ ਉਹ ਤੀਰ। ਜਰੇ ਕੰਮ ਕੇ ਤੀਰਗ ਪਰਨ ਕੰਕ ਚਿੱਟੀ ਚੀਲ ਦੇ ਖੰਭ ਜਿਸ ਨੂੰ ਲੱਗੇ ਹੋਏ ਹਨ, ਦੀਰਘ ਪਰਨ, ਵੱਡੇ ਵੱਡੇ ਜਿਹੜੇ ਖੰਭ ਲੱਗੇ ਹੋਏ ਜੜੇ ਹੋਏ ਹਨ ਤੀਰਾਂ ਦੇ ਨਾਲ। ਜਨ ਸਰਪਨ ਕੋ ਘਰ ਹਿਤ ਫਿਰਨਾ ਤੇ ਭੱਥੇ ਦੇ ਵਿੱਚ ਤੀਰ ਰੱਖੇ ਹੋਏ ਆ, ਤੇ ਭੱਥਾ ਸਤਿਗੁਰੂ ਸਾਹਿਬ ਜੀ ਨੇ ਹੁਣ ਧਾਰਨ ਕਰ ਲਿਆ ਹੈ। ਤੇ ਉਹ ਭੱਥਾ ਕਹਿੰਦੇ ਜਾਣੋ ਕਿ ਸੱਪਾਂ ਦੇ ਰਹਿਣ ਵਾਸਤੇ ਥਿਰਨ ਟਿਕਣ ਵਾਸਤੇ ਘਰ ਬਣਿਆ ਹੋਇਆ ਹੈ। ਇਹ ਭੱਥਾ ਜਾਣੋ ਕਹਿੰਦੇ ਸੱਪਾਂ ਦੀ ਰਹਿਣ ਵਾਲੀ ਥਾਂ ਹੈ। ਭਾਵ ਕਵੀ ਜੀ ਸੋਭਾ ਦੇ ਰਿਹਾ ਵੀ ਇੱਕ ਇੱਕ ਤੀਰ ਫਣੀਰ ਨਾਗ ਹੀ ਆ, ਸੱਪ ਹੀ ਆ, ਤੇ ਇਹ ਜਿੱਥੇ ਪਾਏ ਆ ਉਹ ਭੱਥਾ ਜਿਹੜਾ ਵਾ ਜਿਵੇਂ ਸੱਪਾਂ ਦੇ ਰਹਿਣ ਵਾਲਾ ਘਰ ਹੋਵੇ। ਜੇਕਰ ਕਰੇ ਵਿਖੇ ਤਉ ਪਾਇਓ ਐਸਾ ਭੱਥਾ ਤੀਰਾਂ ਨਾਲ ਭਰਿਆ ਹੋਇਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਤੋਂ ਲੈ ਕਰਕੇ ਉਸ ਵੇਲੇ ਗਾਤਰੇ ਪਹਿਨ ਲਿਆ ਹੈ ਮੋਢੇ ਤੇ। ਦੋਏ ਦਿਸ਼ ਕਰਕਸ਼ ਖੜਗ ਸੁਹਾਇਓ ਤੇ ਦੋਵਾਂ ਪਾਸੇ, ਇੱਕ ਪਾਸੇ ਤਾਂ ਤੀਰਾਂ ਦਾ ਭਰਿਆ ਹੋਇਆ ਭੱਥਾ ਸੋਭਨੀਕ ਹੋ ਰਿਹਾ, ਤੇ ਦੂਸਰੇ ਪਾਸੇ ਖੜਗ ਮਹਾਰਾਜ ਦਾ ਸ੍ਰੀ ਸਾਹਿਬ ਸੋਭਨੀਕ ਹੋ ਰਿਹਾ ਹੈ। ਰੇਤ ਬੂਲ ਕੋ ਮੁਲਾ ਹਾਥ ਤੇ ਬਹੁਤਾ ਹੀ ਕੀਮਤੀ, ਬਹੁਤੇ ਮੁੱਲ ਵਾਲਾ ਫਿਰ ਮਹਾਰਾਜ ਸਾਹਿਬ ਜੀ ਨੇ ਹਜੂਰੀਆ ਲੈ ਕਰਕੇ, ਦੁਪੱਟਾ ਲੈ ਕਰਕੇ, ਦੋ ਕੂਲ ਕਹੀਏ ਵੀ ਇਹ ਪਰਨਾ ਹਜੂਰੀਆ ਬਹੁਤਾ ਕੀਮਤੀ ਲੈ ਕਰਕੇ, ਕਮਰ ਕਸੀ ਦਿਲ ਬਲ ਕੇ ਸਾਥ ਤੇ ਕਮਰ ਕੱਸਾ ਲਾਇਆ ਹੈ। ਬਹੁਤ ਬਲ ਦੇ ਨਾਲ ਆਪਣੀ ਕਮਰ ਨੂੰ ਕੱਸਣਾ ਕੀਤਾ ਹੈ, ਕਮਰ ਕੱਸਾ ਲਾ ਕੇ। ਵਿਸ਼ਵਾ ਖੰਜਰ ਬਾਂਧ ਕਟਾਰ ਤੇ ਬਿਸ਼ੂਆ ਤੇ ਖੰਜਰ ਤੇ ਬਾਂਕ ਤੇ ਇਸੇ ਪ੍ਰਕਾਰ ਇਹ ਬਰਸ਼ੀ ਤੇ ਕਟਾਰ ਆਦਿਕ ਦੇਸ਼ ਕੌਡੇ ਧਰੇ ਸੁਧਾਰ ਤੇ ਪੇਸ਼ ਕਵਜ ਇਹ ਸਾਰੇ ਸੁਧਾਰ ਕੇ ਕਮਰ ਕੱਸੇ ਵਿੱਚ ਸਾਰੇ ਸ਼ਸਤਰ ਮਹਾਰਾਜ ਨੇ ਸਜਾ ਲਏ। ਕਮਰ ਕਸਾ ਆਸ਼ੀ ਬਿਦ ਕਰਿਓ ਬਹੁਤ ਕਹਿੰਦੇ ਚੰਗੀ ਤਰ੍ਹਾਂ ਕੱਸ ਕੇ ਕਮਰ ਕੱਸਾ ਕੀਤਾ ਹੋਇਆ, ਕਿਉਂਕਿ ਵਿੱਚ ਖੰਜਰ ਕਟਾਰ ਪੇਸ਼ ਕਵਜ ਆਦਿਕ ਇਹ ਸ਼ਸਤਰ ਧਾਰਨ ਕੀਤੇ ਹਨ। ਜਥਾ ਜੋਗ ਆਯੁਧ ਕਰ ਧਰਿਓ ਜਥਾ ਜੋਗ ਬਹੁਤੇ ਜਿਹੜੇ ਸ਼ਸਤਰ ਉਹ ਕਮਰ ਕੱਸੇ ਦੇ ਵਿੱਚ ਜੋ ਮਹਾਰਾਜ ਸਾਹਿਬ ਜੀ ਅੱਗੇ ਵੀ ਧਾਰਨ ਕਰਿਆ ਕਰਦੇ ਸੀ, ਉਹਨਾਂ ਸਾਰਿਆਂ ਨੂੰ ਗਰੀਬ ਨਵਾਜ ਨੇ ਟਿਕਾਇਆ ਹੈ ਸਮੂਹ ਨੂੰ। ਮਨੋ ਸਰਦ ਰਿਤ ਕੋ ਘਨ ਤੱਕਾ ਜਾਣੋ ਕਹਿੰਦੇ ਵੀ ਇਹ ਸਰਦੀ ਦੀ ਰੁੱਤ ਦਾ ਬੱਦਲ ਨਹੀਂ ਠਾਠ ਬਣਾਇਆ ਹੈ। ਕੰਚਨ ਲਿਤ ਸ਼ਤਰੂ ਦੁੱਧ ਸ਼ਕਾ ਤੇ ਜਾਣੋ ਕਿ ਇਹ ਕੰਚਨ ਸੋਨੇ ਦੇ ਨਾਲ ਲਿਪਾਏਮਾਨ ਹੋਏ ਜਿਹੜੇ ਸ਼ਸਤਰ ਹਨ, ਇਹ ਕਹਿੰਦੇ ਵੀ ਜਿਵੇਂ ਸਰਦੀ ਦੀ ਰੁੱਤ ਦਾ ਜਿਹੜਾ ਬੱਦਲ ਹੁੰਦਾ ਹੈ ਉਹਦੇ ਵਿੱਚ ਛਟਾ ਬਿਜਲੀ ਚਮਕ ਰਹੀ ਹੈ। ਉਜਲ ਨੂੰ ਕਾਹਲ ਕੀ ਮਾਲਾ ਤੇ ਉੱਜਲ ਜਿਹੜੇ ਚਿੱਟੇ ਮੋਤੀ ਹਨ, ਇਹ ਮੋਤੀਆਂ ਦੀ ਜੋ ਮਾਲਾ ਹੈ। ਮਨੋ ਬਲਾਕਾ ਸ਼ਬਦ ਵਿਸਾਲਾ ਜਾਣੋ ਕਿ ਜਿਵੇਂ ਸਰਦੀ ਦੀ ਰੁੱਤ ਦਾ ਜਦੋਂ ਬੱਦਲ ਆਇਆ ਹੋਵੇ ਤੇ ਬਗਲਿਆਂ ਦੀ ਡਾਰ ਉੱਡਦੀ ਹੈ, ਇਸ ਤਰ੍ਹਾਂ ਕਹਿੰਦੇ ਵੀ ਉਜਲੇ ਮੋਤੀ ਸੋਭਾ ਪਾ ਰਹੇ ਹਨ। ਕਰਮੇ ਧਨ ਹੋਏ ਇੰਦਰ ਧਨ ਸੋਗਾ ਤੇ ਕਰਮ ਹੈ ਹੱਥ ਦੇ ਵਿੱਚ ਜਿਹੜਾ ਧਨਖ ਫੜਿਆ ਹੈ ਨਾ, ਇਹ ਜਾਣੋ ਵੀ ਜਿਵੇਂ ਇੰਦਰ ਧਨ ਸੋਭਾ। ਸੋ ਜਿਸ ਪ੍ਰਕਾਰ ਇਹ ਸੋਭਾ ਆਕਾਸ਼ੀ ਪੀਂਗ ਦੀ ਬਣੀ ਹੋਈ ਹੈ, ਜਿਵੇਂ ਮੀਂਹ ਜਿਹਾ ਪੈ ਕੇ ਇੱਕ ਪੀਂਗ ਜੀ ਨਹੀਂ ਪੈਂਦੀ ਹੁੰਦੀ ਸਤਰੰਗੀ ਪੀਂਗ ਜੀ, ਕਹਿੰਦੇ ਵੀ ਇਸ ਤਰ੍ਹਾਂ ਦੀ ਸੋਭਾ ਬਣੀ ਹੋਈ ਹੈ। ਸਿੱਖੀ ਸਿੱਖ ਮਨ ਆਨੰਦ ਭੋਗਾ ਤੇ ਸਿੱਖਾਂ ਰੂਪੀ ਜੋ ਸਿੱਖੀ ਰੂਪੀ ਸਿੱਖ, ਇਹ ਸਿੱਖੀ ਨਾਮ ਮੋਰ ਦਾ ਵੀ ਹੈ। ਤੇ ਮੋਰ ਕਹਿੰਦੇ ਕਿਹੜੇ ਸਿੱਖਾਂ ਰੂਪੀ ਜਿਹੜੇ ਮੋਰ ਹੈ ਉਹਨਾਂ ਦਾ ਮਨ ਆਨੰਦ ਦੇ ਸਹਿਤ ਹੋ ਰਿਹਾ ਹੈ। ਬੋਲਣ ਮਗਰੀ ਧੁਨ ਗੰਭੀਰ ਤੇ ਸਤਿਗੁਰੂ ਜੀ ਬਹੁਤੇ ਗੈਰ ਗੰਭੀਰ ਧੁਨ ਦੇ ਵਿੱਚ ਬਚਨ ਕਰਦੇ ਆ।
ਜਦੋਂ ਮਹਾਰਾਜ ਸੁਭਾਵਿਕ ਹੀ ਬਚਨ ਕਰਦੇ ਆ ਤੇ ਆਵਾਜ਼ ਇਸ ਤਰ੍ਹਾਂ ਦੀ ਹੈ ਜਿਵੇਂ ਬੱਦਲ ਗੱਜਦਾ ਹੈ। ਬੱਦਲ ਦੀ ਗਰਜਨਾ ਵਾਲੀ ਗੰਭੀਰ ਧੁਨੀ ਦੇ ਸਹਿਤ ਮਹਾਰਾਜ ਮਿੱਠੀ ਬਾਣੀ ਬੋਲਦੇ ਆ ਕਲਗੀਧਰ ਪਾਤਸ਼ਾਹ। ਤੇ ਸੁਣ ਕਰਕੇ ਪ੍ਰਸੰਨ ਹੋ ਜਾਂਦੇ ਆ ਸਿੱਖ ਜਨ ਸੇਵਕ। ਸੇਵਕਾਂ ਰੂਪੀ ਚਾਤਰਿਕ ਜਿਹੜੇ ਆ ਨਾ, ਤੀਰ ਮਹਾਰਾਜ ਦੇ ਪਾਸ ਖਲੋਤੇ ਹੋਏ ਚਾਤਰਿਕ, ਕਿਉਂਕਿ ਬੱਦਲ ਦੀ ਆਵਾਜ਼ ਸੁਣ ਕਰਕੇ ਚਾਤਰਿਕ ਨੂੰ ਖੁਸ਼ੀ ਹੁੰਦੀ ਆ। ਬਬੀਆ ਵੀ ਚਾਤਰਿਕ ਨੂੰ ਕਿਹਾ ਹੈ, ਪਪੀਆ ਵੀ ਆਖਿਆ ਹੈ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਮੋਰ ਵੀ ਪਹਿਲਾਂ ਪਾਉਣ ਲੱਗ ਪੈਂਦਾ, ਚਾਤਰਿਕ ਵੀ ਬਾਬੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਤ ਪ੍ਰੇਮ ਪਿਆਰ। ਉਹਦੀ ਪਿਆਸ ਤਾਂ ਦੂਰ ਹੁੰਦੀ ਜੇ ਮੀਂਹ ਪਵੇ। ਕਹਿੰਦੇ ਕਿ ਮਹਾਰਾਜ ਦੀ ਜੋ ਬਾਣੀ ਹੈ, ਗੁਰੂ ਸਾਹਿਬ ਦੀ ਆਵਾਜ਼ ਹੈ, ਜਾਣੋ ਵੀ ਇਹ ਬੱਦਲ ਦੀ ਧੁਨ ਦੀ ਤਰ੍ਹਾਂ ਹੈ, ਮਿੱਠੀ ਬਾਣੀ। ਤੇ ਜਿਹਨੂੰ ਸੁਣ ਕਰਕੇ ਸਿੱਖਾਂ ਰੂਪੀ ਚਾਤਰਿਕ ਪ੍ਰਸੰਨ ਹੋ ਜਾਂਦੇ ਹਨ। ਚਾਤਰਿਕ ਤਾਂ ਕਹਿੰਦੇ ਸਵੰਤੀ ਬੂੰਦ ਮੰਗਦਾ ਤਾਂ ਪ੍ਰਿਓ ਪ੍ਰਿਓ ਕਰਦਾ ਹੈ। ਤੇ ਸਿੱਖਾਂ ਰੂਪੀ ਚਾਤਰਿਕ ਕੀ ਮੰਗਦੇ ਆ? ਕਹਿੰਦੇ ਸਿੱਖਾਂ ਦਾ ਚਿੱਤ ਰੂਪੀ ਚਾਤਰਿਕ ਗੁਰੂ ਸਾਹਿਬ ਜੀ ਦਾ ਉਪਦੇਸ਼ ਰੂਪੀ ਬੂੰਦ ਮੰਗਦੇ ਆ। ਗੁਰਸਿੱਖ ਜਾਚਤ ਮੰਗਦੇ ਆ ਸਤਿਗੁਰੂ ਜੀ ਦੇ ਪਾਸੋਂ ਗਿਆਨ ਉਪਦੇਸ਼ ਦੀ ਬੂੰਦ। ਚਾਤਰਿਕ ਤਾਂ ਚਾਹੁੰਦਾ ਹੈ ਕਿ ਮੇਰੀ ਪਿਆਸ ਬੁੱਝ ਜਾਵੇ, ਤਾਂ ਸਿੱਖ ਗੁਰੂ ਸਾਹਿਬ ਜੀ ਦੇ ਪਾਸੋਂ ਗਿਆਨ ਉਪਦੇਸ਼ ਦੀ ਬੂੰਦ ਮੰਗ ਕੇ ਕਿਹੜੀ ਪਿਆਸ ਬੁਝਾਉਣਾ ਚਾਹੁੰਦੇ ਆ? ਤਾਂ ਭਾਈ ਸਾਹਿਬ ਕਹਿੰਦੇ ਵੀ ਸਿੱਖ ਵਿਸ਼ਿਆਂ ਦੀ ਤੇ ਕਲੇਸ਼ਾਂ ਦੀ ਜਿਹੜੀ ਤੇਹ ਹੈ ਨਾ, ਵਿਸ਼ੇ ਵਾਸ਼ਨਾ ਦੀ ਤ੍ਰੇਹ ਲੱਗੀ ਹੋਈ ਹੈ ਜਿਹੜੀ, ਉਸ ਪਿਆਸ ਨੂੰ ਬੁਝਾਉਣਾ ਚਾਹੁੰਦੇ ਹਨ। ਚਾਰ ਛਫੇਰਿਓਂ ਗੁਰਸਿੱਖ ਤੇ ਹੋਰ ਸੰਗਤਾਂ, ਹੋਰ ਮਤਾਂ ਮਤਾਂਤਰਾਂ ਦੇ ਲੋਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦਾ ਮਹਾਤਮ ਜਾਣਦੇ ਆ ਕਈ ਭਾਗਾਂ ਵਾਲੇ। ਉਹਨਾਂ ਨੇ ਦਰਸ਼ਨ ਕਰਕੇ ਬਹੁਤ ਪ੍ਰਸੰਨਤਾ ਹਾਸਲ ਕੀਤੀ, ਕਿਉਂਕਿ ਜਿਹੜਾ ਮਹਾਤਮ ਜਾਣਦਾ ਹੋਵੇ ਉਹਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ। ਜਿਵੇਂ ਕੋਈ ਹੀਰੇ ਨੂੰ ਜਾਣਦਾ ਹੋਵੇ ਨਾ, ਹੀਰੇ ਨੂੰ ਪਰਖ ਜਿਸ ਨੂੰ ਆਉਂਦੀ ਹੋਵੇ ਹੀਰੇ ਦੀ ਪਰਖ, ਹੀਰਾ ਵੇਖ ਕੇ ਉਹ ਜ਼ਿਆਦਾ ਖੁਸ਼ ਹੁੰਦਾ, ਉਹਨੂੰ ਪਤਾ ਇਹਦੀ ਕੀਮਤ ਕੀ ਹੈ। ਤੇ ਜਿਹੜਾ ਹੀਰੇ ਦੀ ਕਦਰ ਕੀਮਤ ਨਹੀਂ ਜਾਣਦਾ, ਜਿਹੜਾ ਪਾਰਖ ਨਹੀਂ, ਉਹਨੇ ਕਹਿਣਾ ਕੱਚ ਹੀ ਆ, ਉਹਨੂੰ ਕਾਹਦੀ ਖੁਸ਼ੀ ਹੋਣੀ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਣ ਭਰਤ ਭੰਡਾਰ ਜੀ। ਇਸ ਕਰਕੇ ਸਾਰੀ ਦੁਨੀਆ ਸੋੜਾ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਮਹਾਤਮ ਨੂੰ ਜਾਣਦੀ, ਸਾਰੀ ਦੁਨੀਆ ਨਹੀਂ ਜਾਣਦੀ। ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ, ਜਿਨ੍ਹਾਂ ਦੇ ਅੰਦਰ ਸ਼ਰਧਾ ਵਿਸ਼ਵਾਸ ਭਾਵਨਾ ਮਹਾਰਾਜ ਪੈਦਾ ਕਰਦੇ ਨੇ, ਉਹ ਦਰਸ਼ਨਾਂ ਦੇ ਮਹਾਤਮ ਨੂੰ ਜਾਣਦੇ, ਉਹ ਜਾਣਦੇ ਆ। ਗੁਰਬਾਣੀ ਵਿੱਚ ਗੁਰੂ ਕੇ ਦਰਸ਼ਨਾਂ ਦੇ ਮਹਾਤਮ ਦੇ ਸੰਬੰਧ ਵਿੱਚ ਕਿੰਨੇ ਬਚਨ ਮਹਾਰਾਜ ਨੇ ਉਚਾਰਨ ਕੀਤੇ ਆ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਤਿਸ ਗੁਰ ਕਾ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਨ ਸਤਿਗੁਰ ਮੇਰੀ ਰਾਸ। ਜਿਸ ਮੌਕੇ ਤੇ ਗੁਰੂ ਕਾ ਦਰਸ਼ਨ ਪ੍ਰਾਪਤ ਹੋ ਜਾਵੇ, ਉਹ ਤੇ ਸਮਾਂ ਹੀ ਧਨ ਹੋ ਜਾਂਦਾ। ਸਾਰਾ ਸਮਾਂ ਇੱਕੋ ਜਿਹਾ ਨਹੀਂ ਹੈ ਸਾਧ ਸੰਗਤ। ਸਮੇਂ ਨੂੰ ਵੀ ਮਹਾਰਾਜ ਨੇ ਧਨ ਆਖਿਆ। ਕਿਹੜਾ ਸਮਾਂ ਧਨ ਵਾ? ਜਿਸ ਮੌਕੇ ਤੇ ਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋਵੇ। ਤਾਂ ਹੀ ਆਖਿਆ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਤਾਂ ਹੀ ਟਲ ਭੱਟ ਸਾਹਿਬ ਜੀ ਨੇ ਆਖਿਆ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਜਿਹੜਾ ਭਾਵਨਾ ਨਾਲ ਗੁਰੂ ਜੀ ਦਾ ਦਰਸ਼ਨ ਕਰ ਲੈਂਦਾ ਨਾ, ਤੇ ਦਰਸ਼ਨ ਕੀਤਿਆਂ ਹੀ ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ। ਬਾਣੀ 'ਚ ਅਨੇਕ ਥਾਵਾਂ ਤੇ ਬਚਨ ਮਹਾਰਾਜ ਨੇ ਫਰਮਾਇਆ, ਸਤਿਗੁਰੂ ਕਹਿੰਦੇ ਕੁਝ ਵੀ ਕਰਨ ਕਰਾਉਣ ਦੀ ਲੋੜ ਨਹੀਂ,
ਗੁਰੂ ਦਾ ਦਰਸ਼ਨ ਹੀ ਮੁਕਤੀ ਦੇ ਦਿੰਦਾ। ਪਰ ਵੇਖਣ ਦੇ ਵਿੱਚ ਤੇ ਦਰਸ਼ਨ ਦੇ ਵਿੱਚ ਫਰਕ ਵਾ। ਭਾਵਨਾ ਨਾਲ ਕੀਤਾ ਗੁਰੂ ਦਾ ਦਰਸ਼ਨ, ਉਹਦੇ ਵਾਸਤੇ ਮਹਾਰਾਜ ਨੇ ਆਖਿਆ ਵਾ ਵੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਸਾਧ ਕੈ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਭੇਟਤ ਹੀ ਨਿਹਾਲ ਹੋ ਜਾਈਦਾ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੇ ਮਹਾਤਮ ਨੂੰ ਜਾਣਨ ਵਾਲੇ ਉਹਨਾਂ ਨੇ ਬਹੁਤ ਖੁਸ਼ੀ ਪ੍ਰਾਪਤ ਕੀਤੀ ਹੈ ਵੀ ਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਨਾ ਵੀਰਵਾਰ ਵਾਲੇ ਦਿਨ ਕੱਤਕ ਸੁਦੀ ਪੰਚਮੀ ਨੂੰ ਇਹ ਪਿਛਲੇ ਪਹਿਰ ਫਿਰ ਮਹਾਰਾਜ ਸਾਹਿਬ ਜੀ ਬਾਹਰ ਫਿਰ ਸਿੰਘਾਸਨ ਤੇ ਆ ਕਰਕੇ ਸਥਿਤ ਹੋਏ। ਹੁਣ ਸ਼ਾਮਾਂ ਨੂੰ ਫੇਰ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਸਾਰਿਆਂ ਦੀਆਂ ਕਾਮਨਾ ਪੂਰੀਆਂ ਕਰ ਦਿੱਤੀਆਂ। ਹੱਥ ਜੋੜ ਕਰਕੇ ਸਾਰੇ ਮਾਈ ਭਾਈ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੰਦਨਾ ਕਰ ਰਹੇ, ਸਾਰੇ ਨਮਸਕਾਰਾਂ ਕਰ ਰਹੇ ਹਨ। ਤੇ ਕਈਆਂ ਜਿਹੜੇ ਨਿਕਟਵਰਤੀ ਗੁਰਸਿੱਖ ਆ ਉਹਨਾਂ ਨੇ ਨੇੜੇ ਆ ਕੇ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਹੈ। ਚਰਨਾਂ ਕਮਲਾਂ ਤੇ ਗੁਰੂ ਸਾਹਿਬ ਜੀ ਦੀ ਉਸਤਤੀ ਉਚਾਰਦੇ ਅਤੇ ਸਤਿਗੁਰਾਂ ਨੂੰ ਸੁਣਾਉਂਦੇ ਹਨ। ਹੇ ਕਲਗੀਧਰ ਪਾਤਸ਼ਾਹ, ਦਸ਼ਮੇਸ਼ ਪਿਤਾਬ ਜੀ ਨੇ ਜਗਤ ਦਾ ਉਧਾਰ ਕਰਨ ਵਾਸਤੇ ਆਉਣਾ ਕੀਤਾ ਸੰਸਾਰ ਵਿੱਚ। ਮਹਾਰਾਜ ਆਪ ਜੀ ਨੇ ਲੱਖਾਂ ਨੂੰ ਬ੍ਰਹਮ ਗਿਆਨ ਦੇ ਦਿੱਤਾ, ਲੱਖਾਂ ਨੂੰ ਬ੍ਰਹਮ ਗਿਆਨ ਦੇ ਕੇ ਮਹਾਰਾਜ ਲੱਖਾਂ ਹੀ ਮਹਾਨ ਭਗਤੀ ਕਰਨ ਲੱਗ ਪਏ ਆਪ ਜੀ ਦੇ ਉਪਦੇਸ਼ ਦਾ ਸਦਕਾ। ਜਿੱਥੇ ਕਿੱਥੇ ਸੰਸਾਰ ਵਿੱਚ ਮਹਾਰਾਜ ਆਪ ਜੀ ਨੇ ਗੁਰਸਿੱਖੀ ਫੈਲਾ ਦਿੱਤੀ। ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਆਪਣਾ ਗਿਆਨ ਦੇ ਕਰਕੇ, ਉਪਦੇਸ਼ ਦੇ ਕੇ, ਸਿੱਖਿਆ ਦੇ ਕਰਕੇ ਸਿੱਖਾਂ ਦੇ ਹਿਰਦੇ ਦੇ ਵਿੱਚੋਂ ਵਿਸ਼ਿਆਂ ਦੀ ਜਿਹੜੀ ਜ਼ਹਿਰ ਸੀ ਉਹਨੂੰ ਦੂਰ ਕਰ ਦਿੱਤਾ। ਮਹਾਰਾਜ ਆਪ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ। ਤੁਰਕ ਤੇਜ ਜਗ ਤੇ ਪਰ ਹਰਿਓ, ਜੋ ਤੁਰਕਾਂ ਦਾ ਤੇਜ ਸੀ ਉਹ ਸੰਸਾਰ ਵਿੱਚੋਂ ਨਾਸ਼ ਕਰ ਦਿੱਤਾ, ਖਤਮ ਕਰ ਦਿੱਤਾ। ਇਸ ਤੋਂ ਆਦਿਕ ਗੁਰੂ ਕੇ ਸਿੰਘ ਹੋਰ ਭਾਵਨਾ ਵਾਲੇ ਲੋਕ ਮਹਾਰਾਜ ਸਾਹਿਬ ਜੀ ਦਾ ਸ੍ਰੇਸ਼ਟ ਜਸ ਉਚਾਰਨ ਕਰਦੇ ਹਨ। ਹਜ਼ਾਰਾਂ ਪਿਆਰ ਵਾਲਿਆਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋ ਰਹੇ ਹਨ। ਸੁਭਾਏਮਾਨ ਮੁਖ ਤੋਂ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਸੁਣਾ ਕਰਕੇ ਬਚਨ ਕੀਤਾ। ਮਹਾਰਾਜ ਕਹਿੰਦੇ ਖਾਲਸਾ ਜੀ ਸੁਣੋ, ਸਾਵਧਾਨ ਹੋ ਕਰਕੇ ਰਹੋ। ਗਰੀਬ ਨਵਾਜ ਕਹਿਣ ਲੱਗੇ ਵੀ ਚਾਰ ਚੁਪੇਰੇ ਕਨਾਤ ਲਾ ਦਿਓ ਇੱਕ, ਜਿਸ ਕਰਕੇ ਜਿੰਨੀ ਵੀ ਸੰਗਤ ਹੈ ਸਾਰੀ ਕਨਾਤ ਤੋਂ ਬਾਰ-ਬਾਰ ਦੂਰ ਹੋ ਜਾਵੇ। ਤੇ ਸਾਰੀ ਜੋ ਚੰਦਨ ਦੀ ਲੱਕੜ ਮੰਗਾਈ ਹੋਈ ਹੈ ਨਾ, ਉਹ ਇਸ ਕਨਾਤ ਦੇ ਵਿੱਚ ਚਿਖਾ ਤਿਆਰ ਕਰੋ ਉਸ ਦੀ। ਉਹ ਲੱਕੜ ਲੈ ਜਾਓ ਕਨਾਤ ਦੇ ਵਿੱਚ ਸਾਰੀ ਚੰਦਨ ਦੀ, ਤੇ ਉਹਦੀ ਚਿਤਾ ਰਚ ਦਿਓ। ਪਹਿਲੋਂ ਥੱਲੇ ਜੋ ਜ਼ਮੀਨ ਉਸ ਨੂੰ ਸਵਾਰ ਲਵੋ ਸਾਰੀ ਨੂੰ, ਫਿਰ ਕੁਸ਼ਾ ਜੋ ਕਾਂ ਆਦਿਕ ਹੈ ਉਹ ਥੱਲੇ ਪਹਿਲੋਂ ਵਿਛਾ ਦਿਓ ਲੱਕੜ ਦੇ ਥੱਲੇ, ਤੇ ਉਹਦੇ ਉੱਤੇ ਫਿਰ ਚੰਦਨ ਦੀ ਚਿਖਾ ਰਚ ਦਿਓ। ਮੌਜ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਵੇਖੋ ਆਪ ਸਭ ਕੁਝ ਕਹਿ ਕੇ ਕਰਵਾ ਰਹੇ ਸਾਧ ਸੰਗਤ ਵੀ ਪਹਿਲਾਂ ਥੱਲੇ ਕੁਸ਼ਾ ਦੱਬ ਆਦਿਕ ਜਿਹੜੀ ਉਹ ਥੱਲੇ ਪਾ ਦਿਓ, ਵੀ ਉੱਤੇ ਲੱਕੜ ਹੈ, ਲੱਕੜ ਨੂੰ ਸਿੱਧੀ ਅੱਗ ਤਾਂ ਲੱਗਦੀ ਨਹੀਂ, ਕੱਖ ਕਾਨਾ ਤੇ ਥੱਲੇ ਪਾਉਣਾ ਹੀ ਪੈਂਦਾ। ਮਹਾਰਾਜ ਕਹਿੰਦੇ ਵੀ ਥੱਲੇ ਕੁਸ਼ਾ ਦੱਬ ਕਾਂ ਆਦਿਕ ਜਿਹੜਾ ਉਹ ਥੱਲੇ ਪਾਓ, ਤੇ ਉੱਤੇ ਫਿਰ ਚੰਦਨ ਦੀ ਜਿਹੜੀ ਆ ਉਹ ਚਿਖਾ ਰਚੋ, ਤੇ ਜੋ ਘਿਓ ਆਦਿਕ ਇਹ ਸਾਰੀ ਸਮਗਰੀ ਲਿਆਂਦੀ ਉਹ ਸਾਰੀ ਚਿਖਾ ਦੇ ਵਿੱਚ ਪਾ ਦਿਓ। ਤੇ ਸ਼ੌਰਬ
ਸਾਰੀਆਂ ਜੋ ਸੁਗੰਧੀਆਂ ਵਾ ਨਾ ਉੱਥੇ ਜਾ ਕਰਕੇ ਛਿੜਕ ਦਿਓ। ਕੀਜੇ ਤਿਆਰੀ ਜਨਮ ਬਿਹਾਰੀ। ਇਸ ਕਰਕੇ ਖਾਲਸਾ ਜੀ ਹੁਣ ਦੇਰੀ ਨਾ ਕਰੋ, ਛੇਤੀ ਦੇ ਨਾਲ ਇੱਕ ਨਾਤ ਲਾ ਕੇ ਤੇ ਵਿੱਚ ਚਿਖਾ ਚਿਣ ਕੇ ਤਿਆਰੀ ਕਰ ਦਿਓ। ਫੌਜ ਇਸ਼ਨਾਨ ਸਰਬ ਹਵਕੀਨ। ਤੇ ਅਸੀਂ ਹੁਣ ਤਿਆਰੀ ਕਰ ਲਈ ਹੈ ਜਾਣ ਦੀ। ਤੁਸੀਂ ਚਿਖਾ ਤਿਆਰ ਕਰ ਦਿਓ, ਅਸੀਂ ਕੇਸੀ ਇਸ਼ਨਾਨ ਕਰ ਲਿਆ ਹੈ ਤੇ ਇਸ ਕਰਕੇ ਸਾਡੀ ਹੁਣ ਤਿਆਰੀ ਹੈ। ਅਸੀਂ ਸੋਚਾਚਾਰ ਕਰਕੇ ਤੇ ਸਾਰਾ ਇਸ਼ਨਾਨ ਕਰ ਲਿਆ ਹੈ। ਕੋਸ਼ਿਸ਼ ਨਹੀਂ ਪਹਿਰ ਖਾਨ ਲੀਨ। ਖਾਲਸਾ ਜੀ ਅਸੀਂ ਤਾਂ ਨਵੀਂ ਪੋਸ਼ਾਕ ਵੀ ਪਹਿਨ ਲਈ ਹੈ ਮੈਂ ਪਾਛੋ ਤੁਮ ਅਬਰ ਕਰਨ ਕੋ। ਤੇ ਹੁਣ ਹੋਰ ਕੋਈ ਇੱਛਾ ਨਾ ਕਰੋ, ਅਸੀਂ ਸਾਰਾ ਕੁਝ ਕਰ ਲਿਆ ਜੋ ਕਰਨਾ ਸੀ। ਹੋਰ ਹੁਣ ਸਾਡਾ ਕਰਨ ਵਾਲਾ ਕੁਝ ਰਹਿ ਨਹੀਂ ਗਿਆ। ਸਾਡੀ ਪੂਰੀ ਤਿਆਰੀ ਹੈ ਖਾਲਸਾ ਜੀ। ਵਸਤਰ ਪਹਿਨ ਕੇ ਸ਼ਸਤਰ ਧਰਮ ਕੋ। ਅਸੀਂ ਇਸ਼ਨਾਨ ਤੋਂ ਬਾਅਦ ਨਵੇਂ ਵਸਤਰ ਵੀ ਪਹਿਨ ਲਏ ਆ ਤੇ ਸ਼ਸਤਰ ਵੀ ਸਾਰੇ ਧਾਰਨ ਕਰ ਲਏ ਹਨ। ਇਹੀ ਰਹੇ ਕੇ ਸੰਗ ਹਮਾਰੇ। ਇਹ ਸਾਡੇ ਨਾਲ ਹੀ ਰਹਿਣਗੇ ਖਾਲਸਾ ਜੀ। ਇਹ ਸ਼ਸਤਰ ਸਾਰੇ ਸਾਡੇ ਨਾਲ ਹੀ ਰਹਿਣਗੇ। ਭਲੀ ਭਾਂਤ ਸਭ ਅੰਗੀਕਾਰੇ। ਇਹ ਭਲੀ ਪ੍ਰਕਾਰ ਇਹਨਾਂ ਨੂੰ ਭਲੀ ਭਾਂਤ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਅੰਗੀਕਾਰ ਕੀਤਾ, ਧਾਰਨ ਕੀਤਾ ਹੋਇਆ ਹੈ। ਸੁਨ ਆਇਸ ਕੋ ਸਿੰਘ ਸੁਧਾਰੇ। ਮਹਾਰਾਜ ਦੀ ਆਗਿਆ ਹੋ ਗਈ। ਸਾਧ ਸੰਗਤ ਜੀ ਆਗਿਆ ਤੇ ਮੰਨਣੀ ਪੈਣੀ ਨਾ। ਹੁਕਮ ਤਾਂ ਸਿੰਘਾਂ ਨੂੰ ਮੰਨਣਾ ਹੀ ਪੈਣਾ ਹੈ। ਸਾਰੇ ਵੈਰਾਗ ਦੇ ਸਹਿਤ ਆ, ਪਰ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕਰਕੇ ਤੇ ਉਸ ਸੇਵਾ ਕਰਨ ਵਿੱਚ ਲੱਗ ਪਏ। ਕਨਾਤ ਲਾਉਣ ਵਿੱਚ, ਚਿਖਾ ਚਿਣਨ ਵਿੱਚ ਸਾਰੇ ਲੱਗ ਪਏ ਸਿੰਘ। ਨਾਥ ਗਿਰਦੇ ਸਾਰੇ। ਜਿੱਥੋਂ ਤੀਕ ਮਹਾਰਾਜ ਨੇ ਆਖਿਆ ਸੀ ਉਹ ਚੁਗਿਰਦੇ 4 ਚੁਫੇਰੇ ਕਨਾਤ ਤਾਣ ਦਿੱਤੀ ਗਈ। ਗਾੜੀ ਕਰ ਗਾੜੀ ਗਨ ਵੇਖ। ਗਾਡੀ ਕਰ ਗਾਡੀ ਗਨ ਵੇਖ। ਵੇਖ ਕਹੀਏ ਕਿੱਲੇ, ਉਹ ਗਾਡੀ ਪੱਕੇ ਕਰਕੇ ਬਹੁਤੇ ਕਿੱਲੇ ਜਿਹੜੇ ਨਾ ਉਹ ਗੱਡ ਦਿੱਤੇ ਗਏ। ਦੋਰੇ ਗਾਡੀ ਜਿਹੜਾ ਪਹਿਲਾਂ ਡੱਡੇ ਨਾਲ ਗਾਡੀ ਉਹ ਗੱਡਣ ਦਾ ਵਾਚਕ ਹੈ, ਤੇ ਗਾਡੀ ਢੱਡੇ ਵਾਲਾ ਜਿਹੜਾ ਵਾ ਉਹ ਪੱਕੇ ਕਰਕੇ ਕੱਸ ਕੇ ਜਿਹੜੇ ਜ਼ੋਰ ਨਾਲ ਠੋਕ ਕੇ ਕਿੱਲੇ ਗੱਡ ਦਿੱਤੇ ਗਏ। ਦੋਰੇ ਬੰਧਨ ਕੀਨ ਅਸ਼ੇਸ਼। ਉਹ ਜਿਹੜੇ ਇਹ ਲਾਇਆ ਗਿਆ ਹੈ ਨਾ, ਕਨਾਤ ਲਾਈ ਗਈ, ਉਹਦੀਆਂ ਡੋਰਾਂ ਬੰਨੀਆਂ ਗਈਆਂ ਉਹ ਕਿੱਲਿਆਂ ਦੇ ਨਾਲ। ਲੇਪਨ ਕਰ ਅੰਤਰ ਕੋ ਖਾਏ। ਫਿਰ ਅੰਦਰ ਜਿਹੜਾ ਸਾਰਾ ਥਾਂ ਹੈ ਚੰਗੀ ਤਰ੍ਹਾਂ ਲੇਪਣ ਕੀਤਾ ਗਿਆ। ਚੰਦਨ ਕੋ ਚਾਏ ਕਰ ਲਿਆਏ। 100 ਮਣ ਲੱਕੜ ਚੰਦਨ ਦੀ ਲਿਆਂਦੀ ਸੀ। ਸਾਧ ਸੰਗਤ ਪਿੱਛੇ ਜ਼ਿਕਰ ਆ ਚੁੱਕਾ ਹੈ। 100 ਮਣ ਜਿਹੜੀ ਹੈ ਉਹ ਚੰਦਨ ਦੀ ਲੱਕੜ ਲਿਆਂਦੀ ਸੀ। ਉਹ ਸਾਰੀ ਸਿੰਘਾਂ ਨੇ ਚੁਕਾ ਕੇ ਅੰਦਰ ਲਿਆਂਦੀ ਕਨਾਤ ਦੇ। ਗਨ ਹਿੰਦਨ ਤੇ ਚਿਖਾ ਮਹਾਂ। ਇਸ ਤਰ੍ਹਾਂ ਬਹੁਤੀ ਲੱਕੜ ਦੇ ਨਾਲ ਵੱਡੀ ਜਿਹੜੀ ਚਿਖਾ ਹੈ ਨਾ ਉਹ ਤਿਆਰ ਕੀਤੀ ਹੈ। ਰਸੀ ਭਲੀ ਬਿਦ ਦਿਲ ਬਹੁਤ ਥਾਨੀ। ਭਲੀ ਪ੍ਰਕਾਰ ਸਿੰਘਾਂ ਨੇ ਰਚੀ ਹੈ, ਬਹੁਤ ਪੱਕੀ ਕਰਕੇ ਉਹਨੂੰ ਰਚਨਾ ਕੀਤਾ ਹੈ। ਜਵਾਰ ਤੋਂ ਕਾਸਨ ਕਰੀਏ ਨਾ ਗਿਰਜੈ। ਕਿਉਂ ਪੱਕੀ ਤਰ੍ਹਾਂ ਚੰਗੀ ਤਰ੍ਹਾਂ ਉਹਨੂੰ ਚਿਣਿਆ ਹੈ ਲੱਕੜ ਨੂੰ, ਵੀ ਜਦੋਂ ਉਹਦੇ ਵਿੱਚ ਅੱਗ ਬਲੇ ਤੇ ਲੱਕੜ ਇੱਧਰ ਉੱਧਰ ਵਿੱਚੋਂ ਨਿਕਲ ਕੇ ਡਿੱਗੇ ਨਾ। ਇਸ ਕਰਕੇ ਚੰਗੀ ਤਰ੍ਹਾਂ ਚਿਣ ਚਿਣ ਕੇ ਜਿਹੜਾ ਉਹ ਲਾਈ ਗਈ ਹੈ। ਇਸ ਪ੍ਰਕਾਰ ਰਚ ਪਾਸ ਧਰਜੈ। ਇਸ ਪ੍ਰਕਾਰ ਦੇ ਨਾਲ ਉਹ ਸਾਰੀ ਲੱਕੜੀ ਜਿਹੜੀ ਹੈ ਉਹ ਰਚ ਕੇ ਉਹ ਚਿਣ ਕਰਕੇ ਸ਼ੀਸ਼ੇ ਬਹੁ ਗੁਲਾਬ ਕੇ ਛਿੜਕੇ। ਤੇ ਬਹੁਤ ਜਿਹੜੀਆਂ ਬੋਤਲਾਂ ਹਨ ਗੁਲਾਬ ਦੇ ਅਤਰ ਦੀਆਂ, ਗੁਲਾਬ ਦਾ ਵਿੱਚੋਂ ਰਸ ਕੱਢਿਆ ਹੋਇਆ ਜਿਹੜਾ ਉਹ ਛਿੜਕਿਆ ਹੈ ਉੱਥੇ। ਸਤ ਕਨਾਤ ਭਿਗੋਣ ਕਰਕੇ। ਸਾਰੀ ਚਿਖਾ ਦੇ ਉੱਤੇ ਤੇ ਜਿਹੜੀਆਂ ਕਨਾਤਾਂ ਲਾਈਆਂ ਉਹਨਾਂ ਤੇ ਵੀ ਸੁਗੰਧੀਆਂ ਛਿੜਕ ਕੇ, ਅਤਰ ਗੁਲਾਬ ਛਿੜਕ ਕੇ ਸਾਰੀਆਂ ਭਿਉਂ ਦਿੱਤੀਆਂ। ਅਦਰ ਫੁਲੇ ਚਿਖਾ ਮੋਹਦਾਰਾ। ਬਹੁਤੇ ਅਤਰ ਫਲੇਲ ਜਿਹੜੇ ਉਹ ਚਿਖਾ ਦੇ ਵਿੱਚ ਵੀ ਪਾਏ। ਜੈ ਕਹਿ ਬੁੱਧੀ ਅਧਿਕ ਮਹਿ ਪਾਰਾ। 4 ਚੁਫੇਰੇ ਬਹੁਤ ਹੀ ਜ਼ਿਆਦੀ ਸੁਗੰਧੀ ਖੁਸ਼ਬੂਆਂ ਉੱਠ ਰਹੀਆਂ ਹਨ। ਵਿਆਦਿਕ ਸਭ ਕਾਰਜ ਕਰਕੇ। ਇਸ ਤੋਂ ਬਾਅਦ ਸਾਰਾ ਕਾਰਜ ਕਰਕੇ ਸਤਿਗੁਰ ਕੋ ਕਰ ਲੋਕ ਸਿਮਰ ਕੇ। ਇਹ ਸਿੰਘਾਂ ਨੇ ਸਾਰੀ ਸੇਵਾ ਕੀਤੀ, ਸਾਰਾ ਕਾਰਜ ਕੀਤਾ, ਸਤਿਗੁਰੂ ਜੀ ਦਾ ਪ੍ਰਲੋਕ ਜਾਣਾ ਸਿਮਰ ਕੇ। ਸ਼ੋਕ ਸਹਿਤ ਸੋਗਤ ਤੇ ਸੋਚਤ। ਪਰ ਸਾਰੇ ਹੀ ਸਿੰਘ ਸ਼ੋਕ ਦੇ ਸਹਿਤ ਵਾ, ਵੈਰਾਗ ਦੇ ਸਹਿਤ ਹਨ, ਸੋਗ ਦੇ ਸਹਿਤ ਸੋਚਾਂ ਦੇ ਵਿੱਚ ਪਏ ਹੋਏ ਹਨ। ਮੁੰਦ ਬਿਲੋਚਨ ਤੇ ਜਲ ਪੋਚਤ। ਨਾਲੇ ਸੇਵਾ ਕਰ ਰਹੇ ਆ, ਕਨਾਤ ਲਾ ਰਹੇ ਆ, ਚਿਖਾ ਚਿਣ ਰਹੇ ਆ, ਨਾਲੇ ਨੇਤਰਾਂ ਚੋਂ ਤ੍ਰਿਪ ਤ੍ਰਿਪ ਕਰਕੇ ਜਲ ਵਗੀ ਜਾਂਦਾ ਵੀ ਸਾਡੇ ਸਤਿਗੁਰੂ ਜੀ ਨੇ ਅੱਜ ਸੱਚਖੰਡ ਚਲੇ ਜਾਣਾ, ਕਿ ਅਸੀਂ ਆਪ ਆਪਣੇ ਹੱਥੀਂ ਮਹਾਰਾਜ ਦੀ ਚਿਖਾ ਚਿਣ ਰਹੇ ਹਾਂ। ਉਹ ਪਿਆਰ ਵਾਲੇ ਸਿੰਘ ਨੇਤਰਾਂ ਚੋਂ ਕਹਿੰਦੇ ਵੀ ਬੂੰਦ ਬਿਲੋਚਣ ਤੇ ਜਲ ਮੋਚਤ। ਨੇਤਰਾਂ ਚੋਂ ਜਲ ਦੀਆਂ ਬੂੰਦਾਂ ਡਿੱਗਦੀਆਂ ਪਈਆਂ। ਇਸ ਅਲੰਗ ਅਬ ਕਰਨੇ ਬਾਸਾ। ਨਾਲੇ ਹਿਰਦੇ 'ਚ ਸੋਚਦੇ ਕਿਹਦੇ ਆਸਰੇ 'ਤੇ ਹੁਣ ਇੱਥੇ ਵਾਸਾ ਕਰਾਂਗੇ, ਇਕ ਦਰਸ਼ਨ ਪ੍ਰਾਪ ਸੁਖ ਰਸਾ। ਹੁਣ ਕਿਹਦੇ ਦਰਸ਼ਨ ਕਰਾਂਗੇ ਤੇ ਸਾਨੂੰ ਇਹ ਵੱਡਾ ਸੁਖ ਪ੍ਰਾਪਤ ਹੋਵੇਗਾ। ਇਹ ਕੌਣ ਹਮਕੋ ਉਪਦੇਸ਼। ਸਾਨੂੰ ਕੌਣ ਉਪਦੇਸ਼ ਕਰਿਆ ਕਰੇਗਾ। ਕਜਿਓ ਦੇਸ਼ ਦੇ ਵਿੱਚ ਬਦੇਸ਼।
ਅਸੀਂ ਆਪਣਾ ਦੇਸ਼ ਛੱਡ ਕੇ ਸਤਿਗੁਰਾਂ ਨਾਲ ਇੱਥੇ ਵਿਦੇਸ਼ ਵਿੱਚ ਆਏ ਹੋਏ ਹਾਂ। ਤਿਆਗੀ ਕੁਲ ਦਿਠੇ ਵਿਚਾਰੇ ਇਸ ਤੋਂ ਬਾਅਦ ਹਿਰਦੇ ਵਿੱਚ ਬਹੁਤੀ ਵਿਚਾਰ ਕੀਤੀ, ਆਪ ਸਾਥ ਸੰਤਾਂ ਸੁਧਾਰੇ ਨਾਲੇ ਬਹੁਤੀਆਂ ਵਿਚਾਰਾਂ ਕਰ ਰਹੇ ਹਿਰਦੇ ਵਿੱਚ ਸਿੰਘ, ਤੇ ਨਾਲੇ ਹੱਥਾਂ ਦੇ ਨਾਲ ਸਾਰੀ ਸੇਵਾ ਕਰ ਰਹੇ। ਤਾਂ ਇਹ ਸਾਧ ਸੰਗਤ ਜੀ ਅੱਗੇ ਵੀ ਬੜਾ ਖੁਲਾਸੇ ਸਹਿਤ ਸਾਰਾ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ, ਕਿਵੇਂ ਮਹਾਰਾਜ ਸਾਹਿਬ ਜੀ ਫਿਰ ਸੱਚਖੰਡ ਬਿਆਨਾ ਕਰਦੇ ਹਨ। ਉਹ ਸਾਰਾ ਵਿਸਥਾਰ ਦੇ ਨਾਲ ਅਗਲੇ ਪ੍ਰਸੰਗਾਂ ਦੇ ਵਿੱਚ ਗਾਥਾ ਆਵੇਗੀ। ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।